ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਉਦਾਰ ਤਰ ਆਤਮਾ, ਨਰਗਨ ਕੀਨ ਨਿਹਾਲ, ਫੂਲੀ ਕੀਰਤ ਮਾਲਤੀ, ਘਰ ਘਰ ਬਿਖੈ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਗੁਰੂ ਕੀ ਪਾਵਨ ਪਵਿੱਤਰ ਬਾਣੀ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਤੇ ਆਰਤੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਗੁਰਦੇਵ ਜੀ ਦੇ ਚਰਨਾਂ ਨਾਲ ਸੁਰਤੀ ਜੋੜੀਏ। ਪਰਉਪਕਾਰੀ ਜਗ ਵਿੱਚ ਆਏ ਮਹਾਰਾਜ ਗੁਰੂ ਅਰਜਨ ਦੇਵ ਜੀ, ਪਰਉਪਕਾਰੀ ਸਤਿਗੁਰੂ, ਸਾਡੇ ਭਲੇ ਵਾਸਤੇ ਮਹਾਨ ਤੀਰਥਾਂ ਦਾ ਰਾਜਾ ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਦੀ ਸੇਵਾ ਕਰਾ ਰਹੇ ਨੇ। ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਬਚਨ ਤੀਸਰੇ ਪਾਤਸ਼ਾਹ ਜੀ ਨੇ ਕਹੇ ਸਨ। ਚੌਥੇ ਪਾਤਸ਼ਾਹ ਨੂੰ ਸੇਵਾ ਆਰੰਭ ਕਰਨ ਦਾ ਹੁਕਮ ਲਾਇਆ ਸੀ, ਔਰ ਚੌਥੇ ਪਾਤਸ਼ਾਹ ਸੇਵਾ ਸੰਪੂਰਨ ਨਹੀਂ ਹੋਈ। ਜੋਤੀ ਜੋਤ ਸਮਾ ਗਏ ਤੇ ਜਾਂਦੇ ਹੋਏ ਪੰਜਵੇਂ ਪਾਤਸ਼ਾਹ ਨੂੰ ਹੁਕਮ ਲਾਇਆ ਕਿ ਇਸ ਸੇਵਾ ਨੂੰ ਤੁਸੀਂ ਸੰਪੂਰਨ ਕਰਨਾ ਹੈ। ਹੁਣ ਮਹਾਰਾਜ ਉਹ ਸੇਵਾ ਆਰੰਭ ਕਰਾਈ ਹੈ। ਬੀਬੀ ਰਜਨੀ ਦੇ ਪਤੀ ਵਾਲਾ ਪ੍ਰਸੰਗ, ਉਹ ਪਿੰਗਲੇ ਦਾ ਰਾਜੀ ਹੋ ਜਾਣਾ ਤੇ ਇਸ ਤੀਰਥ ਦੀ ਮਹਿਮਾ ਸਾਰੇ ਸੰਸਾਰ 'ਚ ਪ੍ਰਗਟ ਹੋ ਜਾਣੀ, ਇਹ ਆਪਾਂ ਸੁਣ ਚੁੱਕੇ। ਸੇਵਾ ਕਰਨ ਲਈ ਜਿਹੜੇ ਮਹਾਂਪੁਰਸ਼ ਲੱਗੇ ਹੋਏ ਨੇ ਉਹ ਵੀ ਇੱਕ ਤੋਂ ਇੱਕ ਚੜ੍ਹਦੇ ਹਨ। ਆਓ ਉਹਨਾਂ ਗੁਰਸਿੱਖਾਂ ਦੇ ਘਾਲਣਾ ਦੇ ਪਿਆਰ ਦੇ ਬਚਨ ਭਾਈ ਸੰਤੋਖ ਸਿੰਘ ਜੀ ਕਵੀ ਰਾਜ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਿਆਨ ਕਰ ਰਹੇ ਨੇ। ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਉਦਾਰ ਤਰ ਆਤਮਾ, ਬੜੀ ਪਵਿੱਤਰ ਆਤਮਾ, ਉਦਾਰ ਆਤਮਾ, ਪਰਉਪਕਾਰੀ ਆਤਮਾ, ਨਰਗਨ ਕੀਨ ਨਿਹਾਲ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਜਿਨ੍ਹਾਂ ਨੇ ਬੇਅੰਤ ਜੀਵਾਂ ਦਾ ਉਦਾਰ ਕੀਤਾ ਹੈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਨ੍ਹਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਉਹ ਵੀ ਤਰ ਗਏ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹੋ ਜਿਹੇ ਮਹਾਰਾਜ ਦੇ ਦਰਸ਼ਨ ਜਿਨ੍ਹਾਂ ਬੰਦਿਆਂ ਨੇ ਕੀਤੇ, ਪਾਪੀ ਬੰਦੇ ਵੀ ਤਰ ਗਏ ਹਨ। ਹਾਂਜੀ, ਫੂਲੀ ਕੀਰਤ ਮਾਲਤੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਰੂਪੀ ਮਾਲਤੀ ਫੁੱਲੀ ਹੈ ਸਾਰੇ ਪਾਸੇ। ਘਰ ਘਰ ਵਿਖੈ ਵਿਸਾਲ, ਘਰ ਘਰ ਵਿੱਚ ਇਹਦਾ ਪ੍ਰਤਾਪ ਪਸਰ ਗਿਆ ਹੈ। ਜਿਵੇਂ ਚੰਦ ਦੀ ਚਾਨਣੀ ਪੂਰਨਮਾਸ਼ੀ ਦੀ ਰਾਤ ਨੂੰ ਸਾਰੇ ਪਾਸੇ ਪਸਰ ਜਾਂਦੀ ਹੈ। ਚੋਪਈ ਜਿਸਕੇ ਹੋਏ ਕਾਮਨਾ ਆਵੈ, ਜਿਸ ਦੇ ਮਨ ਵਿੱਚ ਕੋਈ ਵੀ ਕਾਮਨਾ ਹੁੰਦੀ ਹੈ ਉਹ ਗੁਰੂ ਘਰ 'ਚ ਆ ਜਾਂਦਾ ਹੈ ਤੇ ਜੋ ਵੀ ਮਨ ਦੀ ਕਾਮਨਾ ਨਾਲ ਅਰਦਾਸ ਕਰਦਾ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਦੇਵੈ। ਸੱਚੇ ਪਾਤਸ਼ਾਹ ਉਸ ਸਿੱਖ ਦੀ ਉਹੀ ਕਾਮਨਾ ਪੂਰੀ ਕਰ ਦਿੰਦੇ ਹਨ। ਤੀਰਥ ਕਾਰ ਕਰਹਿ ਚਿਤ ਲਾਵੈ, ਜਿਹੜੇ ਭਾਵਨਾ ਨਾਲ ਸ਼ਰਧਾ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਚਿਤ ਲਾ ਕੇ ਕਰਦੇ ਹਨ। ਕੇਤਕ ਸਿੱਖਨ ਕੇ ਇਹੋ ਨਾਮੂ, ਉਹਨਾਂ ਕੁਝ ਸਿੱਖਾਂ ਦੇ ਨਾਮ ਵੀ ਇਤਿਹਾਸ 'ਚੋਂ ਮਿਲਦੇ ਹਨ। ਬਹੁਤੀ ਸੰਗਤ ਦੇ ਨਾਮ ਤਾਂ ਨਹੀਂ ਮਿਲਦੇ, ਕਿਉਂਕਿ ਹਜ਼ਾਰਾਂ ਸਿੱਖ ਸਨ ਜਿਹੜੇ ਉਹਨਾਂ ਦੇ ਪਰਿਵਾਰਾਂ ਵਾਲੇ ਹਨ, ਵਿਰਲੀਆਂ ਥਾਵਾਂ ਤੇ ਰਹਿੰਦੇ ਹਨ। ਕੁਝ ਨੂੰ ਯਾਦ ਹੈ ਵੀ ਸਾਡੇ ਬਜ਼ੁਰਗ ਸੇਵਾ ਕਰਿਆ ਕਰਦੇ ਸੀ। ਕਈ ਗੁਰਮੁਖ ਮਿਲੇ, ਦੱਸਿਆ ਵੀ ਉਹਨਾਂ ਨੇ ਸਾਨੂੰ ਵੀ ਅਸੀਂ ਫਲਾਣੇ ਗੁਰਸਿੱਖ ਦੀ ਔਲਾਦ ਹਾਂ, ਸਾਡੇ ਦਾਦੇ ਪੜਦਾਦਿਆਂ ਨੇ ਮਹਾਰਾਜ ਦੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੇਵਾ ਕੀਤੀ ਸੀ। ਸੋ ਜਿਨ੍ਹਾਂ ਵਿੱਚੋਂ ਸਾਧ ਸੰਗਤ ਜੀ ਕੁਝ ਪ੍ਰਸਿੱਧ ਸਿੱਖਾਂ ਦੇ ਨਾਮ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਵਿੱਚ ਵੀ ਆਉਂਦੇ ਹਨ। ਭਾਈ ਮਨੀ ਸਿੰਘ ਜੀ ਨੇ ਵੀ ਉਹਨਾਂ ਦੀ ਕਥਾ ਲਿਖੀ ਹੈ। ਹੋਰ ਜਿਹੜੇ ਸਾਡੇ ਪੁਰਾਣੇ ਪ੍ਰਾਚੀਨ ਗ੍ਰੰਥ ਹਨ, ਮਹਿਮਾ ਪ੍ਰਕਾਸ਼ ਆਦਿ, ਉਹਨਾਂ ਵਿੱਚ ਵੀ ਉਹਨਾਂ ਗੁਰਸਿੱਖਾਂ ਦਾ ਜ਼ਿਕਰ ਮਿਲਦਾ ਹੈ ਕਿਤੇ ਕਿਤੇ। ਸੋ ਆਓ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਵੀ ਯਾਦ ਕਰ ਲਈਏ।
ਉਹਨਾਂ ਗੁਰਸਿੱਖਾਂ ਦਾ ਨਾਂ ਲੈਣ ਨਾਲ ਹੀ ਮਨ ਤਨ ਪਵਿੱਤਰ ਹੋ ਜਾਂਦਾ ਹੈ, ਰਸਨਾ ਪਵਿੱਤਰ ਹੋ ਜਾਂਦੀ ਹੈ, ਸੁਰਤੀ ਨਿਰਮਲ ਹੋ ਜਾਂਦੀ ਹੈ, ਮਨ ਦੇ ਵਿਕਾਰ ਝੜ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਰਦਾਰ ਸਤਿਗੁਰੂ, ਧੰਨ ਉਹਨਾਂ ਦੇ ਪ੍ਰੇਮੀ ਸਿੱਖ। ਹਾਂਜੀ, ਵਰਣਨ ਕਰੋ ਸੁਨੋ ਅਬਰਾਮੋ। ਕਵਿਰਾਜ ਜੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਹਨਾਂ ਗੁਰਸਿੱਖਾਂ ਦੇ ਨਾਮ ਬੜੀ ਸ਼ਰਧਾ ਨਾਲ ਲੈਂਦੇ ਹਨ। ਭਾਈ ਬੁੱਢਾ ਜੁੱਤ ਪਰਿਵਾਰ ਸਭ ਤੋਂ ਸ਼੍ਰੋਮਣੀ ਹਨ ਗੁਰਸਿੱਖਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਮਹਾਂਪੁਰਸ਼, ਆਪਣੇ ਪਰਿਵਾਰ ਸਮੇਤ ਸੇਵਾ 'ਚ ਜੁਟ ਗਏ ਹਨ। ਭਾਈ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖੀ ਪ੍ਰਾਪਤ ਹੋਈ। ਆਪ ਜੀ ਦਾ ਸਾਰਾ ਪਰਿਵਾਰ ਹੀ ਗੁਰੂ ਦੇ ਬੇੜੇ ਚੜ੍ਹਿਆ। ਧੰਨ ਬਾਬਾ ਬੁੱਢਾ ਸਾਹਿਬ, ਧੰਨ ਬਾਬਾ ਬੁੱਢਾ ਸਾਹਿਬ, ਉਹਨਾਂ ਦਾ ਪਰਿਵਾਰ ਸੇਵਾ ਕਰ ਰਿਹਾ ਹੈ। ਹਾਂਜੀ, ਸੁਤ ਪੋਤਰਾਦ ਸਹਿਤ ਕਰਕਾਰ। ਉਹਨਾਂ ਦੇ ਪੁੱਤਰ ਭਾਈ ਭਾਨਾ ਜੀ ਸੇਵਾ ਕਰ ਰਹੇ ਨੇ। ਉਹਨਾਂ ਦੇ ਪੋਤਰੇ ਭਾਈ ਝੰਡਾ ਜੀ ਸੇਵਾ ਕਰ ਰਹੇ ਨੇ। ਹੋਰ ਵੀ ਬੇਅੰਤ ਗੁਰੂ ਕੇ ਸਿੱਖ ਇੱਥੇ ਸੇਵਾ ਵਿੱਚ ਹਾਜ਼ਰ ਹਨ। ਸਿੱਖ ਭਾਈ ਭਗਤੂ ਗੁਣ ਧਾਮੂ। ਦੂਸਰੇ ਬ੍ਰਹਮ ਗਿਆਨੀ ਭਾਈ ਭਗਤੂ ਜੀ, ਜਿਨ੍ਹਾਂ ਦੀ ਕਥਾ ਅੱਗੇ ਚੱਲ ਕੇ ਆਪਾਂ ਕੱਲ ਨੂੰ ਸਰਵਣ ਕਰਾਂਗੇ, ਉਹ ਵੀ ਇਸ ਸੇਵਾ ਦੇ ਵਿੱਚ ਸ਼ਾਮਲ ਹਨ। ਕਰਹਿ ਕਾਰ ਸਿਮਰਹਿ ਸਤਨਾਮੋ। ਭਾਈ ਭਗਤੂ ਜੀ ਕਾਰ ਸੇਵਾ ਸਾਰਾ ਦਿਨ ਟੋਕਰੀ ਢੋਣ ਦੀ, ਮਿੱਟੀ ਪੁੱਟਣ ਦੀ ਕਰੀ ਜਾਂਦੇ ਨੇ। ਬੜੀ ਜਵਾਨੀ ਦੀ ਉਮਰ ਸੀ ਉਦੋਂ ਭਾਈ ਭਗਤੂ ਜੀ ਦੀ, ਚੜ੍ਹਦੀ ਉਮਰ ਸੀ ਜਦੋਂ ਸੇਵਾ ਸ਼ੁਰੂ ਹੋਈ ਹੈ। 15 ਕੁ ਸਾਲ ਦੇ ਸਨ, ਇਸ ਤੋਂ ਜ਼ਿਆਦਾ ਉਮਰ ਨਹੀਂ ਹੋਣੀ। 15 ਕੁ ਸਾਲ ਦੇ ਸਨ ਜਦੋਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਦੇ। 10-12 ਸਾਲ ਦੇ ਆ ਗਏ ਇੱਥੇ। ਮਾਤਾ ਇਹਨਾਂ ਦੀ ਮਾਈ ਭਿੱਖਾਂ, ਪਿਤਾ ਭਾਈ ਆਦਮ ਜੀ, ਉਹ ਵੀ ਗੁਰੂ ਘਰ ਦੇ ਪੁਰਾਣੇ ਸੇਵਕ ਗੁਰੂ ਰਾਮਦਾਸ ਦੇ ਸਮੇਂ ਦੇ। ਤੋ ਇਹ ਬਾਲ ਅਵਸਥਾ ਤੋਂ ਹੀ ਭਾਈ ਭਗਤੂ ਜੀ ਚੜ੍ਹਦੀ ਉਮਰ ਵਿੱਚ ਹੀ ਸੇਵਾ 'ਚ ਲੱਗੇ ਹੋਏ ਹਨ। ਮਨ ਪ੍ਰਾਣਾ ਸਿੱਖੀ ਪੋਤਾ। ਫਿਰ ਭਾਈ ਮੰਝ ਜਿਹੜੇ ਹਨ, ਸਾਧ ਸੰਗਤ ਜੀ, ਅੱਗੇ ਇਹਨਾਂ ਦੀ ਕਥਾ ਆਉਣੀ ਹੈ ਵੀ ਕਿਵੇਂ ਇਹਨਾਂ ਨੇ ਸਿੱਖੀ ਧਾਰਨ ਕੀਤੀ ਸੀ। ਗੁਰੂ ਮਹਾਰਾਜ ਦੇ ਪ੍ਰੇਮੀ ਸਿੱਖ, ਬ੍ਰਹਮ ਗਿਆਨੀ ਸਿੱਖ ਭਾਈ ਮੰਝ ਜੀ, ਹੁਕਮ ਮੰਨਣ ਵਾਲੇ ਸਿੱਖ, ਅਤੇ ਭਾਈ ਪਿਰਾਣਾ ਜੀ, ਇਹ ਸਿੱਖੀ ਦੇ ਜਹਾਜ਼ ਹੀ ਹਨ। ਇਹਨਾਂ ਨੇ, ਭਾਈ ਮੰਝ ਨੇ ਸਿੱਖੀ ਬਚਾ ਲਈ ਕਲਯੁਗ ਦੇ ਵਿੱਚ। ਅੱਗੇ ਕਥਾ ਸਾਰੀ ਆਪਾਂ ਸੁਣਾਂਗੇ। ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਸੰਨ ਹੋ ਕੇ ਬਚਨ ਕੀਤਾ ਸੀ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ ਜਗ ਲੰਘਣ ਹਾਰਾ। ਸੋ ਭਾਈ ਮੰਝ ਸਿੱਖੀ ਦਾ ਜਹਾਜ਼ ਬਣਿਆ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਥਾ 'ਚ ਕਈ ਵਾਰੀ ਕਹਿੰਦੇ ਹੁੰਦੇ ਸੀ, ਖਾਲਸਾ ਜੀ ਸਾਨੂੰ ਭਾਈ ਮੰਝ ਦਾ ਸਵੇਰੇ ਉੱਠ ਕੇ ਰੋਜ਼ ਸ਼ੁਕਰਾਨਾ ਕਰਨਾ ਚਾਹੀਦਾ। ਭਾਈ ਮੰਝ ਨੇ ਗੁਰੂ ਮਹਾਰਾਜ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ, ਮਹਾਰਾਜ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਸਿੱਖਾਂ ਕੋਲੋਂ ਇੰਨੀ ਪ੍ਰੀਖਿਆ ਝੱਲੀ ਨਹੀਂ ਜਾਣੀ, ਆਉਣ ਵਾਲੇ ਸਮੇਂ 'ਚ ਇੰਨੀ ਕਰੜੀ ਪ੍ਰੀਖਿਆ ਨਾ ਲੈਣਾ ਸਿੱਖਾਂ ਦੀ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਸਾਹਿਬ ਅੱਗੇ ਤੋਂ ਤੁਹਾਡੇ ਬਚਨ ਮੰਨਾਂਗੇ ਔਰ ਸਿੱਖਾਂ ਦਾ ਬੇੜਾ ਪਾਰ ਕਰਾਂਗੇ, ਕਿਸੇ ਦੀ ਇੰਨੀ ਕਰੜੀ ਪ੍ਰੀਖਿਆ ਨਹੀਂ ਲਵਾਂਗੇ। ਧੰਨ ਭਾਈ ਮੰਝ ਜੀ ਗੁਰੂ ਦੀ ਪ੍ਰੀਖਿਆ 'ਚ ਪਾਸ ਹੋਏ ਸਨ। ਭਾਈ ਪਿਰਾਣਾ ਜੀ ਕੈਸੇ ਕੈਸੇ ਗੁਰੂ ਕਰਨੀਆਂ ਵਾਲੇ, ਗੁਰੂ ਦੇ ਪਿਆਰ ਵਾਲੇ ਸਿੱਖ ਸੇਵਾ ਕਰ ਰਹੇ ਹਨ। ਕਰਹਿ ਕਾਰ ਔਰ ਆਨੰਦ ਉਦੋਤਾ। ਇਹ ਬੜੇ ਆਨੰਦ ਨਾਲ, ਬੜੇ ਭਾਵਨਾ ਸ਼ਰਧਾ ਨਾਲ ਸਰੋਵਰ ਦੀ ਸੇਵਾ ਕਰ ਰਹੇ ਹਨ। ਭਉ ਭਗਤ ਕੋ ਭਾਨ ਹੁਲਾਸ। ਪ੍ਰੇਮਾ ਭਗਤੀ ਇਹਨਾਂ ਦੇ ਹਿਰਦੇ ਵਿੱਚ ਹੈ। ਸ਼ਰਧਾ ਭਗਤੀ ਨਾਲ ਗੁਰੂ ਪਾਤਸ਼ਾਹ ਨਾਲ ਬਹੁਤ ਪਿਆਰ ਕਰਦੇ ਹਨ। ਸਾਧ ਸੰਗਤ ਜੀ, ਪ੍ਰੇਮ ਤੋਂ ਬਿਨਾਂ ਤੇ ਕੁਝ ਮਿਲਦਾ ਨਹੀਂ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਮਹਾਰਾਜ ਨਾਲ ਪ੍ਰੇਮ ਕੀਤਾ, ਭਾਵਨਾ ਰੱਖੀ, ਸ਼ਰਧਾ ਰੱਖੀ, ਉਹਨਾਂ ਦੀਆਂ ਝੋਲੀਆਂ ਭਰਨੀਆਂ। ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਨਹੀਂ, ਉਹਨਾਂ ਨੇ ਸੇਵਾ ਤਾਂ ਕੀ ਕਰਨੀ ਹੈ, ਉਲਟਾ ਸੇਵਾ ਕਰਨ ਵਾਲੇ ਨੂੰ ਮਾੜਾ ਕਹਿੰਦੇ ਹਨ। ਇਹ ਦੋ ਤਰ੍ਹਾਂ ਦੇ ਲੋਕ ਸੰਸਾਰ 'ਚ ਪਰਮੇਸ਼ਰ ਨੇ ਪੈਦਾ ਕੀਤੇ, ਇੱਕ ਨਾਸਤਕ, ਇੱਕ ਆਸਤਕ। ਆਸਤਕ ਲੋਕ ਪਰਮੇਸ਼ਰ ਦੇ ਉੱਤੇ ਵਿਸ਼ਵਾਸ, ਸ਼ਰਧਾ ਰੱਖਦੇ, ਗੁਰਬਾਣੀ ਤੇ ਸ਼ਰਧਾ ਰੱਖਦੇ, ਗੁਰੂ ਦੇ ਬਚਨਾਂ ਤੇ, ਗੁਰੂ ਦੇ ਇਤਿਹਾਸ ਤੇ ਸ਼ਰਧਾ ਰੱਖਦੇ ਹਨ। ਨਾਸਤਕ ਲੋਕ ਉਲਟਾ ਚੱਲਦੇ ਹਨ।
ਸੋ ਜਿਹੜੇ ਗੁਰੂ ਦੇ ਪਿਆਰ ਵਾਲੇ ਹਨ, ਭਾਈ ਮੱਝ ਵਰਗੇ, ਭਾਈ ਭਗਤੂ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਸਿੱਖ ਪ੍ਰੇਮਾ ਭਗਤੀ ਸਹਿਤ ਗੁਰੂ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ, ਸਰੋਵਰ ਦੀ ਸੇਵਾ ਕਰ ਰਹੇ ਹਨ। ਕਰਹਿ ਕਾਰ ਭਾਈ ਗੁਰਦਾਸ, ਭਾਈ ਗੁਰਦਾਸ ਜੀ ਆਪ ਸੇਵਾ ਵਿੱਚ ਲੱਗੇ ਹੋਏ ਨੇ। ਬੜੇ ਬੜੇ ਮਹਾਨ ਸਿੱਖ ਸੇਵਾ ਕਰਨ ਵਾਲੇ ਨੇ। ਬਾਬਾ ਬੁੱਢਾ ਜੀ, ਭਾਈ ਭਗਤੂ ਜੀ, ਭਾਈ ਮੱਝ ਜੀ, ਭਾਈ ਪੁਰਾਣਾ ਜੀ, ਭਾਈ ਗੁਰਦਾਸ ਜੀ। ਦੋਹਰਾ ਪੁਰੀਆ ਚੂਹੜ ਚੌਧਰੀ, ਭਾਈ ਪੁਰੀਆ ਜੀ, ਭਾਈ ਚੂੜ ਚੌਧਰੀ। ਭਾਈ ਚੂੜ ਚੌਧਰੀ ਦੇ ਪ੍ਰਸੰਗ ਅੱਗੇ ਆਉਣੇ ਸਾਰਿਆਂ ਦੇ, ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਕੋਲ ਕਾਲਣਾ ਕਰ ਲਈ। ਭਾਈ ਗੁਰਦਾਸ ਜੀ ਨੇ ਇਹਨਾਂ ਦੇ ਨਾਮ ਲਿਖੇ ਨੇ 11ਵੀਂ ਵਾਰ ਦੇ ਵਿੱਚ। ਭਾਈ ਪੁਰੀਆ ਜੀ, ਭਾਈ ਚੂੜ ਚੌਧਰੀ ਜੀ। ਪੈੜਾ ਕਿਸ਼ਨਾ ਨਾਮ, ਭਾਈ ਪੈੜਾ ਕਿਸ਼ਨਾ। ਇਹ ਸਾਰੇ ਸਿੱਖ ਸੇਵਾ ਕਰ ਰਹੇ ਨੇ। ਭਾਈ ਪੈੜਾ ਜੀ ਸੇਵਾ ਕਰ ਰਹੇ ਨੇ, ਭਾਈ ਕਿਸ਼ਨਾ ਜੀ ਸੇਵਾ ਕਰ ਰਹੇ ਨੇ। ਬਾਲਾ ਸੁਗੜ ਤੇ ਲੋਕ ਹੈ, ਭਾਈ ਬਾਲਾ ਜੀ ਸੇਵਾ ਕਰ ਰਹੇ ਨੇ। ਬੜੇ ਸਿਆਣੇ ਸੁਗੜ ਗੁਰਮੁਖ ਪਿਆਰੇ ਭਾਈ ਤਲੋਕਾ ਜੀ ਸੇਵਾ ਕਰ ਰਹੇ ਨੇ। ਸਮੁੰਦਾ ਗੁਣ ਧਾਮ, ਔਰ ਭਾਈ ਸਮੁੰਦਾ ਜੀ ਜੋ ਗੁਣਾਂ ਦੇ ਖਜ਼ਾਨੇ ਹਨ। ਸਾਧ ਸੰਗਤ ਜੀ, ਉਹਨਾਂ ਸਿੱਖਾਂ 'ਚ ਕਿੰਨੇ ਕੁ ਗੁਣ ਸਨ, ਗਿਣੇ ਨਹੀਂ ਜਾ ਸਕਦੇ। ਗੁਰੂ ਤੇ ਸ਼ਰਧਾ, ਮੈਤਰੀ, ਕਰੁਣਾ, ਸਾਰਿਆਂ ਨਾਲ ਪ੍ਰੇਮ ਕਰਨਾ, ਸਾਰਿਆਂ ਤੇ ਦਇਆ ਕਰਨੀ, ਸਾਰਿਆਂ ਨਾਲ ਮਿੱਠਾ ਬੋਲਣਾ, ਸਾਰਿਆਂ ਦੀ ਸੇਵਾ ਕਰਨੀ, ਸਾਰਿਆਂ 'ਚ ਪਰਮੇਸ਼ਰ ਨੂੰ ਜਾਣਨਾ, ਸਭ ਦੇ ਵਿੱਚ ਅਕਾਲ ਪੁਰਖ ਦੀ ਜੋਤ ਜਾਣ ਕੇ ਸਮਦਰਸ਼ੀ ਹੋ ਕੇ ਵਰਤਣਾ। ਇਹੋ ਜਿਹੇ ਗੁਰਸਿੱਖ ਗੁਣਾਂ ਦੇ ਖਜ਼ਾਨੇ ਸਨ। ਹਾਂਜੀ। ਬੂਲਾ ਚੰਡੀ ਤੁਲਸੀਆ, ਭਾਈ ਬੂਲਾ ਜੀ। ਉਸ ਵੇਲੇ ਸਿੱਖਾਂ ਦੇ ਨਾਮ ਇਸ ਤਰ੍ਹਾਂ ਦੇ ਹੁੰਦੇ ਸਨ। ਅੱਜ ਕੱਲ੍ਹ ਨਾਮ ਹੋਰ ਟਿੰਕੂ, ਮਿੰਕੂ, ਰਿੰਕੂ, ਸ਼ਿੰਕੂ ਇਹ ਚੱਲ ਪਏ ਹਨ। ਪਹਿਲਾਂ ਨਾਮ ਇਹ ਹੁੰਦੇ ਸਨ, ਭਾਈ ਬੂਲਾ ਜੀ, ਭਾਈ ਚੰਡੀ ਜੀ, ਭਾਈ ਤੁਲਸੀਆ ਜੀ। ਹਾਂਜੀ। ਭਾਗੀਰਥ ਕਲਿਆਣ, ਭਾਈ ਭਗੀਰਥ ਜੀ, ਭਾਈ ਕਲਿਆਣਾ ਜੀ। ਹਾਂਜੀ। ਲਾਲੂ ਬਾਲੂ ਹਰਜੀ, ਭਾਈ ਲਾਲੂ ਜੀ, ਭਾਈ ਬਾਲੂ ਜੀ। ਹਰੀ ਜਨ, ਇਹ ਹਰੀ ਦੇ ਪਿਆਰੇ ਸਿੱਖ ਹਨ। ਗੋਖੂ ਟੋੜ ਮਹਾਨ, ਭਾਈ ਗੋਖੂ ਜੀ। ਗੋਖਾ ਵੀ ਕਿਤੇ ਲਿਖਿਆ ਹੈ, ਟੋਡਾ, ਗੋਖਾ ਟੋਡਾ। ਇਹ ਮਹਾਨ ਸਿੱਖ ਹੋਏ ਹਨ ਗੁਰੂ ਕੇ। ਇਹ ਗੁਰਸਿੱਖਾਂ ਦੇ ਆਮ ਲੋਕਾਂ ਨੂੰ ਨਾਮ ਵੀ ਨਹੀਂ ਪਤਾ। ਸਾਧ ਸੰਗਤ ਜੀ, ਅੱਜ ਕੱਲ੍ਹ ਗੱਲਾਂ ਤਾਂ ਅਸੀਂ ਬੜੀਆਂ ਕਰਦੇ ਹਾਂ, ਪਰ ਸਾਨੂੰ ਆਪਣਾ ਇਤਿਹਾਸ, ਆਪਣੇ ਬਜ਼ੁਰਗਾਂ ਦੇ ਨਾਮ ਪਤਾ ਕੋਈ ਨਹੀਂ। ਜੇ ਨਾਂ ਵੀ ਨਹੀਂ ਪਤਾ ਤੇ ਸਾਨੂੰ ਉਹਨਾਂ ਦਾ ਇਤਿਹਾਸ ਕੀ ਪਤਾ ਹੋਣਾ। ਸੋ ਭਾਈ ਗੋਖਾ ਜੀ, ਭਾਈ ਟੋਡਾ ਜੀ, ਭਾਈ ਤੁਲਸੀਆ, ਭਾਈ ਭਗੀਰਥ, ਇਹ ਗੁਰੂ ਕੇ ਪਿਆਰ ਵਾਲੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ 'ਚ ਡਟੇ ਹੋਏ। ਕਈਆਂ ਨੇ ਸਾਰੀ ਜ਼ਿੰਦਗੀ ਇੱਥੇ ਸੇਵਾ 'ਚ ਲਾਣੀ, ਕਈਆਂ ਨੇ ਸਾਲ ਦੀ ਸੇਵਾ, ਕਿਸੇ ਨੇ 2 ਸਾਲ, ਕਿਸੇ ਨੇ 5 ਸਾਲ ਸੇਵਾ। ਇੱਦਾਂ ਅਰਦਾਸੇ ਕਰ ਦਿੱਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲੋਂ ਸੇਵਾ ਲਈ ਜਾਣ ਤੇ ਅਸੀਂ ਸੇਵਾ ਹੀ ਕਰੀ ਜਾਈਏ। ਧੰਨ ਗੁਰੂ ਕੇ ਸਿੱਖ ਸਨ। ਕਿੰਨੀ ਸ਼ਰਧਾ ਸੀ। ਘਰਾਂ ਦੇ ਕੰਮਕਾਰ ਛੱਡ ਕੇ ਇੱਕ ਦਿਨ ਵੀ ਸਾਡੇ ਤੋਂ ਮਹਾਰਾਜ ਦੇ ਦਰਬਾਰ 'ਚ ਸਾਧ ਸੰਗਤ ਜੀ ਕੰਮ ਛੱਡ ਕੇ ਨਹੀਂ ਆਇਆ ਜਾਂਦਾ। ਉੱਦਾਂ ਤੇ ਚਲੋ ਠੀਕ ਹੈ ਵੀ ਕੰਮ ਨਾ ਹੋਵੇ, ਐਤਵਾਰ ਨੂੰ ਛੁੱਟੀ ਹੋਵੇ, ਮੇਰੇ ਵਰਗੇ ਸਾਰੇ ਆ ਜਾਂਦੇ। ਪਰ ਜੇ ਕੰਮ ਛੱਡ ਕੇ ਆਉਣਾ ਹੋਵੇ ਬੜਾ ਔਖਾ ਹੈ। ਧੰਨ ਗੁਰੂ ਕੇ ਸਿੱਖ ਸਨ ਜਿਹੜੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਸਾਰਾ ਜੀਵਨ ਹੀ ਗੁਰੂ ਚਰਨਾਂ 'ਚ ਲਾ ਦਿੱਤਾ ਸੀ। ਝੰਜ ਕੇਦਾਰਾ ਗੋਇੰਦਾ, ਭਾਈ ਝੰਜ ਜੀ ਤੇ ਭਾਈ ਕੇਦਾਰਾ ਜੀ, ਭਾਈ ਗੋਇੰਦਾ ਜੀ। ਹਾਂਜੀ। ਮੋਹਨ ਕੁੱਕਾ ਜਾਨ, ਭਾਈ ਮੋਹਨ, ਭਾਈ ਕੁੱਕੋ। ਇਹ ਸਾਰਿਆਂ ਦੀ ਕਥਾ ਅੱਗੇ ਆਉਣੀ ਹੈ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਸੇਵਾ ਕੀਤੀ ਹੈ। ਹਾਂਜੀ। ਬਾਲਾ ਮਰਵਾਹਾ ਅਪਰ, ਭਾਈ ਬਾਲਾ ਮਰਵਾ ਗੋਤ ਹੈ ਭਾਈ ਬਾਲੇ ਦਾ। ਇਹ ਹੋਰ ਬਾਲਾ, ਇੱਕ ਬਾਲਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਇਆ, ਇੱਕ 5ਵੇਂ ਪਾਤਸ਼ਾਹ ਦੇ ਸਮੇਂ ਹੋਇਆ। ਇਹ ਬਾਲਾ ਮਰਵਾਹਾ। ਅਤੇ ਜੋਧਾ ਟੁੱਟਾ ਆਨ, ਭਾਈ ਜੋਧਾ ਟੁੱਟਾ। ਇਹ ਸਿੱਖ ਆ ਕੇ ਅੰਮ੍ਰਿਤਸਰ ਦੀ ਸੇਵਾ ਕਰ ਰਹੇ ਨੇ। ਇਤਿਆਦਿਕ ਕੇਤੇ ਗਿਨਹਿ, ਇਤਿਆਦਿਕ ਕਿਹਨਾਂ ਦੀ ਗਿਣਤੀ ਕਰੀਏ। ਹੋਰ ਵੀ ਬੜੇ ਸਿੱਖ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸੇਵਾ ਨਿਭਾਈ ਹੈ।
ਸਿੱਖ ਲਗੇ ਸਭ ਕਾਰ। ਸਭ ਸਿੱਖ ਕਾਰ ਸੇਵਾ ਕਰ ਰਹੇ ਨੇ, ਡਟ ਕੇ ਸੇਵਾ ਕਰ ਰਹੇ ਨੇ। ਮਿੱਟੀ ਪੁੱਟਣੀ ਕਈਆਂ ਦੇ ਨਾਲ ਜ਼ੋਰ ਦਾ ਕੰਮ ਹੈ, ਫਿਰ ਟੋਕਰੀਆਂ 'ਚ ਪਾ ਕੇ ਬਾਹਰ ਸਿੱਟ ਕੇ ਆਉਣੀ। ਸਾਰਾ ਸਾਰਾ ਦਿਨ ਪਸੀਨੋ ਪਸੀਨੀ ਹੋਏ ਰਹਿੰਦੇ ਐ, ਸੇਵਾ ਵਿੱਚ ਲੱਗੇ ਰਹਿੰਦੇ ਐ। ਹਾਂਜੀ। ਗਨ ਸੰਬੰਧ ਸਭ ਦੇਸ਼ ਤੇ। ਔਰ ਗਨ ਮਸੰਦ ਸਭ ਦੇਸ਼ ਤੇ। ਗੁਰੂ ਘਰ ਦੇ ਜਿਹੜੇ ਮਸੰਦ ਹਨ ਉਹ ਸਾਰੇ ਦੇਸ਼ਾਂ 'ਚੋਂ ਸੰਗਤਾਂ ਨੂੰ ਇਕੱਠੀਆਂ ਕਰਕੇ ਲੈ ਕੇ ਆਉਂਦੇ। ਚਲੋ ਭਾਈ, ਚਲੋ ਮਹਾਰਾਜ ਦੇ ਸਿਰ ਦਰਬਾਰ ਦੀ ਸੇਵਾ ਚੱਲ ਰਹੀ, ਸਰੋਵਰ ਦੀ, ਚਲੀਏ ਆਪਾਂ। ਕੋਈ ਮਹੀਨੇ ਵਾਸਤੇ, ਕੋਈ 2 ਮਹੀਨੇ ਵਾਸਤੇ, ਕੋਈ 6 ਮਹੀਨੇ ਵਾਸਤੇ ਸੇਵਾ ਲਈ ਆ ਜਾਂਦਾ ਹੈ। ਜਿੰਨਾ ਜਿੰਨਾ ਕਿਸੇ ਕੋਲ ਬਲ ਪੈਂਦਾ ਆਪਣੇ ਵੱਲੋਂ ਜ਼ੋਰ ਲਾਉਂਦੇ, ਵੱਧ ਤੋਂ ਵੱਧ ਸਮਾਂ ਗੁਰੂ ਮਹਾਰਾਜ ਦੀ ਸੇਵਾ ਕਰੀਏ। ਸੰਗਤ ਲਿਆਏ ਹਜ਼ਾਰ। ਹਜ਼ਾਰਾਂ ਸੰਗਤਾਂ ਨੂੰ ਲੈ ਕੇ ਆਉਂਦੇ ਹਨ। ਚੋਪਈ ਦਿਨ ਪ੍ਰਤ ਗਨ ਸੰਬੰਧ ਹਰਖਾਵੈ। ਮਸੰਦ ਹਰਖਾਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਸੰਦ ਬੜੀ ਭਾਵਨਾ ਨਾਲ ਸੇਵਾ ਕਰਦੇ। ਮਸੰਦ ਸ਼ਬਦ ਜਿਹੜਾ ਸੀ ਬਹੁਤ ਸਤਿਕਾਰਯੋਗ ਹੁੰਦਾ ਸੀ। ਮਸੰਦ ਦਾ ਮਤਲਬ ਗੱਦੀ ਦੇ ਨਾਲ ਸੰਬੰਧ ਰੱਖਣ ਵਾਲਾ। ਫਾਰਸੀ ਦਾ ਸ਼ਬਦ ਹੈ ਮਸ਼ਨਦ। ਮਸ਼ਨਦ ਦੇ ਉੱਤੇ, ਗੱਦੀ ਦੇ ਉੱਤੇ ਬੈਠਣ ਵਾਲਾ ਉਹ ਹੈ ਮਸੰਦ। ਮਹਾਰਾਜ ਨੇ ਸਤਿਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ। ਗੁਰੂ ਰਾਮਦਾਸ ਜੀ ਦੇ ਸਮੇਂ ਉਹ 52 ਹੋ ਗਈਆਂ। ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਉਹਨਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਗਈ। ਉਹ ਜਿਹੜੇ ਗੱਦੀਆਂ ਤੇ ਬੈਠੇ 22 ਮੰਜੀਆਂ ਤੋਂ ਅੱਗੇ ਵੱਧਦੇ ਗਏ, ਉਹ ਗੁਰੂ ਘਰ ਦੇ ਗੱਦੀਦਾਰ, ਮੰਜੀਦਾਰ, ਮਸੰਦ ਕੁਹਾਏ। ਵੱਖਰੇ ਵੱਖਰੇ ਇਲਾਕਿਆਂ 'ਚ ਮਹਾਰਾਜ ਨੇ ਉਹਨਾਂ ਨੂੰ ਪ੍ਰਚਾਰ ਲਈ ਭੇਜਿਆ। ਉਹ ਮਸੰਦ ਸੰਗਤ ਨੂੰ ਲੈ ਲੈ ਕੇ ਇਲਾਕਿਆਂ ਵਿੱਚੋਂ ਆਉਂਦੇ ਹਨ ਖੁਸ਼ੀ ਦੇ ਨਾਲ। ਬੜੀ ਸ਼ਰਧਾ ਰੱਖਦੇ ਸੀ ਮਹਾਰਾਜ ਉੱਤੇ। ਸਾਰੇ ਹੀ ਬੜੇ ਕਮਾਈਆਂ ਵਾਲੇ ਨਾਮ ਰਸੀਏ ਮਸੰਦ ਸੀਗੇ। ਅੱਗੇ ਚੱਲ ਕੇ ਮਸੰਦਾਂ ਦਾ ਇਤਿਹਾਸ ਕੁਝ ਸਾਨੂੰ ਖਰਾਬ ਨਜ਼ਰ ਆਉਂਦਾ। 10ਵੇਂ ਪਾਤਸ਼ਾਹ ਦੇ ਸਮੇਂ ਜਦੋਂ ਕੁਝ ਮਸੰਦ ਵਿਗੜ ਗਏ, ਮਹਾਰਾਜ ਨੇ ਸੋਧਾ ਲਾਇਆ ਮਸੰਦਾਂ ਨੂੰ। ਜਿਹੜੇ ਗਲਤ ਮਸੰਦ ਸੀ ਉਹਨਾਂ ਨੂੰ ਸੋਧਾ ਲਾਇਆ, ਜਿਹੜੇ ਚੰਗੇ ਸੀ ਉਹਨਾਂ ਦਾ ਸਤਿਕਾਰ ਵੀ ਕੀਤਾ। ਭਾਈ ਫੇਰੂ ਸੱਚੀ ਦਾੜੀ ਮਹਾਂਪੁਰਸ਼, ਉਹਨਾਂ ਨੂੰ ਬਖਸ਼ਿਸ਼ ਕੀਤੀ 10ਵੇਂ ਪਾਤਸ਼ਾਹ ਨੇ। ਭਾਈ ਭਗਤ ਭਗਵਾਨ ਗਿਰ, ਉਹਦੇ ਤੇ ਕਿਰਪਾ ਹੋਈ। ਇਸੇ ਤਰ੍ਹਾਂ ਸਾਧ ਸੰਗਤ ਜੀ ਭਾਈ ਬਖਤ ਮਲ, ਉਹਨਾਂ ਉੱਤੇ ਕਿਰਪਾ ਹੋਈ। ਹੋਰ ਕਿਹਨਾਂ ਦਾ ਜ਼ਿਕਰ ਕਰੀਏ, ਚੰਗੇ ਵੀ ਸਨ, ਮਾੜੇ ਵੀ ਸਨ। ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਲਗਭਗ ਮਸੰਦ ਸ਼ਰਧਾ ਭਾਵਨਾ ਵਾਲੇ ਸਨ ਜ਼ਿਆਦਾਤਰ। ਉਹ ਸੰਗਤਾਂ ਨੂੰ ਲੈ ਲੈ ਕੇ ਅੰਮ੍ਰਿਤਸਰ ਆਉਂਦੇ ਹਨ ਬੜੇ ਉਤਸ਼ਾਹ ਨਾਲ, ਖੁਸ਼ੀ ਨਾਲ। ਹਾਂਜੀ। ਨਈ ਨਈ ਸੰਗਤ ਨਿਤ ਆਵੈ। ਨਈ ਨਈ ਸੰਗਤ ਨਿਤ ਆਵੈ। ਮਸੰਦ ਪ੍ਰਚਾਰ ਕਰਦੇ ਪਿੰਡਾਂ ਜਾ ਕੇ, ਚਲੋ ਭਾਈ ਗੁਰੂ ਦੇ ਲੜ ਲੱਗੋ, ਨਾਮ ਜਪੋ, ਅੰਮ੍ਰਿਤ ਵੇਲੇ ਉਠੋ ਤੇ ਗੁਰੂ ਵਾਲੇ ਬਣੋ। ਤੇ ਗੁਰੂ ਕੀ ਸੰਗਤ ਨੂੰ ਲੈ ਕੇ ਅੰਮ੍ਰਿਤਸਰ ਆਉਂਦੇ। ਨਿਤਾ ਪ੍ਰਤੀ ਹਰ ਰੋਜ਼ ਬਹੁਤ ਸੰਗਤਾਂ ਆਉਂਦੀਆਂ ਹਨ। ਪਰਬ ਵਿਸਾਖੀ ਆਦਿਕ ਜੇ। ਵਿਸਾਖੀ ਦਾ ਜਿਹੜਾ ਦਿਹਾੜਾ ਹੈ ਉੱਤੇ ਤਾਂ ਬਹੁਤ ਹੀ ਸੰਗਤ ਆਉਂਦੀ। ਹੋਰ ਵੀ ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਉਹਨਾਂ ਦਿਨਾਂ 'ਚ ਸਾਧ ਸੰਗਤ ਜੀ ਇਹ ਜਿਹੜੇ ਦਿਨ ਹੁੰਦੇ ਸੀ ਨਾ, ਇਹਨਾਂ ਦਿਨਾਂ 'ਚ ਛੁੱਟੀ ਹੁੰਦੀ ਸੀ। ਅੱਜ ਕੱਲ੍ਹ ਸੰਡੇ, ਇਹ ਤਾਂ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਐਤਵਾਰ ਦੀ ਛੁੱਟੀ। ਸ਼ਨੀਵਾਰ ਐਤਵਾਰ ਦੀ ਛੁੱਟੀ ਜਦੋਂ ਹਿੰਦੁਸਤਾਨ 'ਚ ਅੰਗਰੇਜ਼ਾਂ ਦਾ ਰਾਜ ਆਇਆ ਉਦੋਂ ਸ਼ੁਰੂ ਹੋਈ ਹੈ। ਅੱਜ ਆਪਾਂ ਕੋਈ ਪ੍ਰੋਗਰਾਮ ਕਰਨਾ ਹੋਵੇ ਗੁਰਦੁਆਰੇ 'ਚ, ਐਤਵਾਰ ਹੀ। ਇੰਡੀਆ 'ਚ ਵੀ ਇਹੀ ਹਾਲ ਹੈ। ਕੋਈ ਵਿਆਹ ਸ਼ਾਦੀ ਕਰਨੇ, ਲੋਕ ਐਤਵਾਰ ਰੱਖ ਲੈਂਦੇ, ਛੁੱਟੀ ਹੁੰਦੀ, ਸਾਰੇ ਆ ਜਾਂਦੇ। ਅੱਜ ਤੋਂ 250 ਸਾਲ ਪਿੱਛੇ ਚਲੇ ਜਾਓ, ਮੁਗਲਾਂ ਦੇ ਟਾਈਮ ਤੇ, ਫਿਰ ਉਹਦੇ ਪਿੱਛੇ ਜਿੰਨਾ ਇਤਿਹਾਸ ਹੈ ਉਹ ਸਾਰਾ ਪੂਰਨਮਾਸ਼ੀ, ਮੱਸਿਆ, ਸੰਗਰਾਂਦ, ਉਹਨਾਂ ਦਿਨਾਂ ਦੇ ਜ਼ਿਕਰ ਆਉਂਦਾ। ਉਹ ਕਿਉਂ? ਉਹਨਾਂ ਦਿਨਾਂ 'ਚ ਛੁੱਟੀ ਲੋਕ ਇਹਨਾਂ ਦਿਨਾਂ ਨੂੰ ਕਰਦੇ ਸੀ। ਪਤਾ ਲੱਗ ਜਾਂਦਾ ਸੀ ਕਿ ਤਾਂ ਮੱਸਿਆ ਕਦੋਂ ਹੈ, ਪੂਰਨਮਾਸ਼ੀ ਚੰਦਰਮਾ ਪੂਰਾ ਚੜਿਆ, ਮੱਸਿਆ ਨੂੰ ਬਿਲਕੁਲ ਕੋਈ ਨਹੀਂ। ਉਹ ਦਿਨਾਂ ਦੀ ਗਿਣਤੀ ਇਹਦੇ ਨਾਲ ਚੱਲਦੀ ਸੀ। ਸੰਗਰਾਂਦ ਦਾ ਹੁੰਦਾ ਸੀ ਵੀ ਸੂਰਜ ਦਾ ਪਹਿਲਾ ਦਿਨ ਹੈ ਮਹੀਨੇ ਦਾ, ਉਹਨੂੰ ਗੁਰਦੁਆਰੇ ਅੰਦਰ ਜਾਓ, ਪੂਜਾ ਪਾਠ ਕਰੋ, ਤੇ ਇਹ ਦੀਵਾਨ ਸਜਦੇ ਸੀ। ਗੁਰੂ ਅਰਜਨ ਦੇਵ ਜੀ ਨੇ ਖੁਦ ਤਰਨਤਾਰਨ ਮੱਸਿਆ ਜਿਹੜੀ ਆ ਸ਼ੁਰੂ ਕਰਾਈ ਸੀ। ਅੱਜ ਤਾਈਂ ਉੱਥੇ ਲੱਗਦੀ ਹੈ, ਬਹੁਤ ਮੱਸਿਆ ਲੱਗਦੀ ਤਰਨਤਾਰਨ ਸਾਹਿਬ। ਹਜ਼ਾਰਾਂ ਲੱਖਾਂ ਸੰਗਤਾਂ ਹਰ ਮੱਸਿਆ ਦੇ ਅਜੇ ਵੀ ਪਹੁੰਚਦੀਆਂ।
ਸੋ ਗੁਰੂ ਸਾਹਿਬ ਦੇ ਕੋਲ ਜਿੰਨੇ ਵਿਸਾਖੀ, ਮੱਸਿਆ, ਪੂਰਨਮਾਸ਼ੀ ਦੇ ਮੇਲੇ ਲੱਗਦੇ, ਲੋਕ ਘਰਾਂ ਦੇ ਕੰਮਕਾਰ ਤੋਂ ਵਿਹਲੇ ਹੋ ਜਾਂਦੇ ਆ ਤੇ ਗੁਰੂ ਘਰ ਆਉਂਦੇ ਹਨ, ਸੇਵਾ ਕਰਦੇ ਹਨ। ਹਾਂਜੀ, ਮੇਲਾ ਮਹਾ ਉਪਾਇਨ ਦੇ। ਮੇਲੇ ਤੇ ਬੜੀਆਂ ਭੇਟਾਵਾਂ ਲੈ ਕੇ ਆਉਂਦੇ ਪਿੰਡਾਂ ਚੋਂ ਸਿੱਖ, ਜਿਨ੍ਹਾਂ ਨੂੰ ਮਹਾਰਾਜ ਨੇ ਦਿੱਤਾ ਹੋਇਆ। ਘਰ ਵਿੱਚ ਮਾਲ ਡੰਗਰ ਦੁੱਧ ਲੈ ਕੇ ਆਉਂਦੇ, ਦਹੀਂ ਲੈ ਕੇ ਆਉਂਦੇ। ਜਿਨ੍ਹਾਂ ਦੇ ਕੋਲ ਮਹਾਰਾਜ ਦੀ ਕਿਰਪਾ ਨਾਲ 4 ਖੇਤ ਚੰਗੇ ਹਨ, ਉਹ ਕੋਈ ਕਣਕ ਲਿਆਉਂਦਾ, ਕੋਈ ਚਾਵਲ ਲਿਆਉਂਦਾ, ਕੋਈ ਦਾਲ ਲਿਆਉਂਦਾ, ਕੋਈ ਸਬਜ਼ੀਆਂ ਲਿਆਉਂਦਾ ਲੰਗਰ ਵਾਸਤੇ। ਲੰਗਰ ਚੱਲਦਾ ਰਹਿੰਦਾ ਗੁਰੂ ਸਾਹਿਬ ਜੀ ਦਾ। ਸੋ ਸਗਰ ਸਰ ਕੀ ਕਰਕਾਰ। ਨਾਲੇ ਉਹ ਘਰੋਂ ਰਾਸ਼ਨ ਪਾਣੀ ਲਿਆਉਂਦੇ ਆ, ਨਾਲੇ ਆਪ ਹੱਥਾਂ ਨਾਲ ਸਰੋਵਰ ਦੀ ਸੇਵਾ ਵੀ ਕਰਦੇ। ਪਿੰਡਾਂ ਦੇ ਲੋਕ ਮਾਝੇ ਚੋਂ, ਮਾਲਵੇ ਚੋਂ, ਦੁਆਬੇ ਚੋਂ, ਪੋਠੋਹਾਰ ਚੋਂ, ਧਰਨੀ ਘੇਪ ਚੋਂ, ਲੰਮੇ ਦੇਸ਼ ਚੋਂ, ਨੱਕੇ ਦੇਸ਼ ਚੋਂ, ਜਿੰਨਾ ਵੀ ਦੂਰ ਦੂਰ ਤੱਕ ਪੰਜਾਬ ਹੈ, ਹੋਰ ਵੀ ਬਾਹਰਲੇ ਮੁਲਕਾਂ ਤੋਂ ਵੀ ਸਿੱਖ ਜਾਂਦੇ। ਜਿੰਨਾ ਕਿਸੇ ਕੋਈ ਪੈਸੇ ਨਾਲ ਸੇਵਾ ਕਰਦਾ, ਕੋਈ ਹੱਥਾਂ ਨਾਲ ਸੇਵਾ ਕਰਦਾ, ਕੋਈ ਰਾਸ਼ਨ ਪਾਣੀ ਦੀ ਸੇਵਾ ਕਰਦਾ। ਇਹ ਗੁਰੂ ਕੇ ਦਰਬਾਰ ਦੀ, ਅੰਮ੍ਰਿਤਸਰ ਦੀ ਸੇਵਾ ਇਸ ਤਰ੍ਹਾਂ ਚੱਲ ਰਹੀ ਹੈ। ਬਹੁਰ ਜਾਏ ਨਿਜ ਗ੍ਰਹਿ ਮਜਾਰ। ਗੁਰੂ ਘਰ ਕੋਈ ਮਹੀਨਾ ਰਹਿੰਦਾ ਹੈ, ਕੋਈ ਹਫ਼ਤਾ ਰਹਿੰਦਾ ਹੈ, ਕੋਈ ਸਾਲ ਰਹਿੰਦਾ ਹੈ, ਕੋਈ 6 ਮਹੀਨੇ ਰਹਿੰਦਾ। ਜਿੰਨਾ ਕਿਸੇ ਕੋਲ ਬਲ ਪੈਂਦਾ, ਗੁਰੂ ਘਰ 'ਚ ਰਹਿ ਕੇ ਫਿਰ ਆਪਣੇ ਨਗਰਾਂ ਨੂੰ, ਪਿੰਡਾਂ ਨੂੰ ਵਾਪਸ ਮੁੜ ਜਾਂਦੇ। ਜਿਹੜੇ ਨੇੜੇ ਦੇ ਹਨ ਉਹ ਤੇ ਹਰ ਮੱਸਿਆ ਨੂੰ, ਹਰ ਸੰਗਰਾਂਦ ਨੂੰ ਹੀ ਆ ਜਾਂਦੇ ਹਨ। ਜਿਨ੍ਹਾਂ ਕੋਲ ਖੁੱਲ੍ਹਾ ਟਾਈਮ ਹੁੰਦਾ ਇੱਥੇ ਰਹਿ ਜਾਂਦੇ ਹਨ। ਜੈਸੀ ਜੈਸੀ ਕਿਸੇ ਦੀ ਪਿੰਡਾਂ ਦੀ ਸੰਗਤ ਹੈ, ਸ਼ਹਿਰਾਂ ਦੀ ਸੰਗਤ ਹੈ, ਸਾਰੀ ਆਪੋ ਆਪਣੇ ਸੇਵਾ ਕਰਦੇ ਹਨ। ਹਾਂਜੀ, ਕੋ ਇੱਕ ਦਿਨ, ਕੋ ਦੁਆ ਦਿਨ ਕਰੈ। ਕੋਈ ਇੱਕ ਦਿਨ ਸੇਵਾ ਕਰਦਾ, ਕੋਈ 2 ਦਿਨ ਸੇਵਾ ਕਰਦਾ, ਕੋ 3 ਦਿਨ ਰਹਿ ਕੇ ਹਿਤ ਧਰੈ। ਕੋਈ 3 ਦਿਨ ਰਹਿ ਕੇ ਪ੍ਰੇਮ ਨਾਲ ਸੇਵਾ। ਜਿੰਨੀ ਕਿਸੇ ਕੋਲ ਭਾਈ ਸਮਾਂ ਹੈ, ਸਾਰੇ ਆਪੋ ਆਪਣੇ ਕੰਮਾਂ ਕਾਰਾਂ ਵਾਲੇ ਵੀ ਗ੍ਰਸਤੀ ਲੋਕ ਹੁੰਦੇ, ਸਾਰਿਆਂ ਕੋਲ ਨਹੀਂ ਟਾਈਮ ਹੁੰਦਾ ਬਹੁਤਾ। ਥੋੜੇ ਜਿਹਾ ਥੋੜਾ ਟਾਈਮ ਕੱਢ ਕੇ ਸੇਵਾ 'ਚ ਹਿੱਸਾ ਜ਼ਰੂਰ ਪਾਉਂਦੇ ਹਨ। ਹਾਂਜੀ, ਕੋ 10 ਦਿਨ, ਕੋ ਪਖ ਰਹਿਤ ਹੈ। ਕੋਈ 10 ਦਿਨ ਰਹਿੰਦਾ, ਕੋਈ ਪਖ ਮੈਨੇ ਪਖਵਾੜਾ। ਪਖਵਾੜਾ ਕਹਿੰਦੇ ਨੇ 2 ਹਫ਼ਤਿਆਂ ਦਾ, ਪੂਰਨਮਾਸ਼ੀ ਤੋਂ ਮੱਸਿਆ ਤੱਕ ਇੱਕ ਪਖਵਾੜਾ, ਮੱਸਿਆ ਤੋਂ ਪੂਰਨਮਾਸ਼ੀ ਤੱਕ ਦੂਜਾ ਪਖਵਾੜਾ। ਵਧੀ ਸੋਧੀ ਦਿਨ ਪਖ ਕਹਿੰਦੇ। ਤੋ ਕੋਈ 1 ਦਿਨ ਰਹਿੰਦਾ ਹੈ, ਕੋਈ 2 ਦਿਨ, ਕੋਈ ਹਫ਼ਤਾ, ਕੋਈ 10 ਦਿਨ, ਕੋਈ 15 ਦਿਨ। ਹਾਂਜੀ, ਕਾਰ ਕਰਹਿ ਬੜ ਲਾਭ ਲਹਿਤ ਹੈ। ਸੇਵਾ ਕਰਕੇ ਬੜਾ ਲਾਭ ਲੈਂਦੇ। ਸੇਵਾ ਦਾ ਬਹੁਤ ਵੱਡਾ ਲਾਭ ਹੈ। ਸੇਵਾ ਤੇ ਸਿਮਰਨ ਆਪਣੇ ਆਪ 'ਚ ਹੀ ਪੂਰਾ ਲਾਭ ਹੈ। ਜਿਹਨੂੰ ਗੁਰੂ ਘਰ ਦੀ ਸੇਵਾ ਮਿਲ ਗਈ ਔਰ ਸਿਮਰਨ ਮਿਲ ਗਿਆ, ਹੋਰ ਉਹਨੂੰ ਹੋਰ ਕੋਈ ਚਾਹੀਦਾ ਨਹੀਂ। ਇਹੀ ਸਭ ਤੋਂ ਵੱਡੀ ਚੀਜ਼ ਹੈ। ਹਾਂਜੀ, ਕੋ 1 ਮਾਸ, ਮਾਸ ਦੋਇ ਰਹਿ। ਕੋਈ ਮਹੀਨਾ ਰਹਿੰਦਾ ਗੁਰੂ ਘਰ, ਕੋਈ 2 ਮਹੀਨੇ ਰਹਿੰਦਾ ਹੈ। ਹਾਂਜੀ, ਕੋ 3 ਮਾਸ ਕਸ਼ਟ ਫਲ ਰਹਿ। ਕੋਈ 2-3 ਮਹੀਨੇ ਮਹਾਰਾਜ ਦੇ ਕੋਲ ਰਹਿ ਕੇ ਸੇਵਾ ਕਰਦੇ। ਇਹ ਤਾਂ ਔਖੀ ਹੈ। ਘਰ ਦੇ ਕੰਮ ਛੱਡ ਕੇ ਫਿਰ ਰਹਿਣਾ ਗੁਰੂ ਘਰ 'ਚ, ਰੁੱਖੀ ਮਿੱਸੀ ਰੋਟੀ ਖਾ ਕੇ ਫਿਰ ਲੰਗਰ ਦੇ ਵਿੱਚ ਵੀ ਸੇਵਾ ਕਰਨੀ, ਤੇ ਨਾਲੇ ਕਈ ਦੇ ਨਾਲ ਮਿੱਟੀ ਪੁੱਟਣੀ, ਵਰਤਾਣੀ, ਬਾਹਰ ਸਿੱਟਣੀ। ਇਹ ਸਾਰੀ ਸੇਵਾ ਬੜੀ ਔਖੀ, ਕਰੜੀ ਸੇਵਾ ਹੈ। ਤੇ ਰਹਿਣ ਵਾਸਤੇ ਉਦੋਂ ਕਮਰੇ ਵੀ ਇੰਨੇ ਨਹੀਂ ਸੀ ਅੰਮ੍ਰਿਤਸਰ ਬਣੇ ਹੋਏ। ਦਰਖਤਾਂ ਥੱਲੇ ਹੀ ਸਿੱਖ ਸੌਂ ਜਾਂਦੇ, ਤੰਬੂ ਲਾ ਕੇ, ਤੇ ਬਸ ਇਦਾਂ ਹੀ ਸੇਵਾ ਕਰੀ ਜਾਂਦੇ। ਧੰਨ ਗੁਰੂ ਕੇ ਸਿੱਖ ਸਨ ਉਹ। ਕਿੰਨੀ ਕਰੜੀ ਘਾਲਣਾ ਉਹਨਾਂ ਨੇ ਘਾਲੀ। ਆਪਾਂ ਰੋਜ਼ ਅਰਦਾਸ ਵਿੱਚ ਕਹਿੰਦੇ ਨਾ, ਜਿਨ੍ਹਾਂ ਪਿਆਰਿਆਂ ਸਚਿਆਰਿਆਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ। ਉਹ ਪਿਆਰੇ ਸਚਿਆਰੇ ਐਵੇਂ ਨਹੀਂ ਸਤਕਾਰੇ ਜਾਂਦੇ, ਉਹਨਾਂ ਦੀ ਕਮਾਈ ਨੂੰ ਹੀ ਨਮਸਕਾਰ ਹੈ। ਹਾਂਜੀ, ਜਿਸ ਕੋ ਹੋਏ ਕਾਮਨਾ ਆਵੈ। ਜਿਹਦੀ ਕੋਈ ਕਾਮਨਾ ਹੁੰਦੀ ਹੈ, ਭਾਵਨਾ ਹੁੰਦੀ ਹੈ, ਉਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਜਾਂਦੇ ਤੇ ਕਾਮਨਾ ਵੀ ਪੂਰੀ ਹੁੰਦੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਹਾਂਜੀ, ਤੀਰਥ ਕਾਰ ਕਰੈ ਚਿਤ ਲਾਵੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਕਾਰ ਸੇਵਾ ਚਿਤ ਲਾ ਕੇ ਕਰਦੇ ਹਨ। ਖੰਮਹਿ ਮ੍ਰਿਤਕਾ ਬਹਿਰ ਗਰੰਤੇ। ਔਰ ਸਾਧ ਸੰਗਤ ਜੀ ਮਿੱਟੀ ਪੁੱਟ ਕੇ ਸਰੋਵਰ ਚੋਂ ਕਾਰ ਸੇਵਾ ਬਾਹਰ ਸੁੱਟਦੇ ਹਨ ਜਾ ਕੇ। ਹਾਂਜੀ, ਕਰਾ ਮਾਤ ਤੇ ਆਦ ਲਹੰਤੇ। ਇਹੋ ਜਿਹੇ ਸਿੱਖ ਸੇਵਾ ਕਰਕੇ ਹੀ ਕਰਾਮਾਤਾਂ ਆ ਗਈਆਂ, ਬਚਨਾਂ 'ਚ ਸ਼ਕਤੀ ਆ ਗਈ। ਜੋ ਮੂੰਹ ਤੋਂ ਨਿਕਲਦਾ ਸੀ ਪੂਰਾ ਹੋ ਜਾਂਦਾ ਸੀ। ਇਹ ਗੁਰੂ ਮਹਾਰਾਜ ਦੇ ਸੇਵਾਦਾਰਾਂ ਦੀ ਸਾਧ ਸੰਗਤ ਜੀ ਪੁਰਾਤਨ ਇਤਿਹਾਸ ਵਿੱਚੋਂ ਵੀ, ਤੇ ਜਿਨ੍ਹਾਂ ਗੁਰਸਿੱਖਾਂ ਦੇ ਅਜੇ ਵੀ ਕਿਰਪਾ ਹੈ। ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ।
ਸੇਵਾ ਕਰਨ ਵਾਲਿਆਂ ਦੇ ਦਾਸ ਨੇ ਵੀ ਕਈਆਂ ਦੇ ਇਹੋ ਜਿਹੇ ਦਰਸ਼ਨ ਕੀਤੇ ਵੀ ਜੇ ਸੁਭਾਵਕ ਹੀ ਮੂੰਹ ਤੋਂ ਬਚਨ ਕੋਈ ਨਿਕਲ ਗਿਆ ਉਹ ਪੂਰਾ ਹੀ ਹੁੰਦਾ ਕਰ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ਉਹ ਹੋ ਹੀ ਜਾਣਾ ਉਹ ਬਚਨ ਨਹੀਂ ਖਾਲੀ ਜਾਂਦਾ। ਹਾਂਜੀ ਨਿਧ ਸਿਧ ਜੇ ਸਮੂਹ ਰਿਧ ਜੇਤੀ ਰਿੱਧੀਆਂ ਸਿੱਧੀਆਂ ਨਿਧੀਆਂ ਗੁਰੂ ਕੇ ਸਿੱਖਾਂ ਦੇ ਚਰਨਾਂ 'ਚ ਆ ਕੇ ਖੜ ਜਾਂਦੀਆਂ ਹਨ। ਰਿੱਧ ਸਿੱਧ ਨਾਵੇਂ ਕੀ ਦਾਸੀ ਸਾਰੀਆਂ ਰਿੱਧੀਆਂ ਸਿੱਧੀਆਂ ਨਿਧੀਆਂ ਨਾਮ ਜਪਣ ਵਾਲਿਆਂ ਦੇ ਅੱਗੇ ਹੱਥ ਜੋੜ ਜੋੜ ਖੜੀਆਂ ਰਹਿੰਦੀਆਂ ਹਨ। ਹਾਂਜੀ ਪ੍ਰਾਪਤ ਹੋਤ ਕਾਮਨਾ ਤੇਤੀ ਉਹ ਕਾਮਨਾ ਸਾਰੀਆਂ ਪੂਰੀਆਂ ਹੁੰਦੀਆਂ ਹਨ। ਹਾਂਜੀ ਕੇਤਿਕ ਸਿੱਖ ਆਪ ਤੇ ਆਏ ਹਾਂ ਅਨੇਕਾਂ ਹੀ ਸਿੱਖ ਜਿਹੜੇ ਹਨ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਆਪ ਹੀ ਸੇਵਾ ਕਰਨ ਆ ਲੱਗੇ ਹਨ। ਕਿਨਹੂ ਢਿਗ ਨਰ ਪਠੇ ਬੁਲਾਏ ਤੇ ਕਈਆਂ ਨੇ ਆਪਣੇ ਨਾਲ ਹੋਰ ਕਈ ਸਿੱਖ ਲਿਆਂਦੇ ਹਨ। ਕਈ ਆਪ ਇਕੱਲੇ ਹੀ ਆਏ ਨੇ ਤੇ ਜੇ ਕਿਸੇ ਦੀ ਕੋਈ ਗੱਲ ਮੰਨਦਾ ਤੇ ਉਹਨੂੰ ਵੀ ਕਿ ਚੱਲ ਬਈ ਚੱਲ ਸੇਵਾ ਕਰੀਏ ਦੂਜਿਆਂ ਨੂੰ ਵੀ ਪ੍ਰੇਰ ਕੇ ਲਿਆਣਾ। ਜੇ ਕੋਈ ਮੰਨੇ ਤਾਂ ਠੀਕ ਹੈ ਨਾ ਮੰਨੇ ਤਾਂ ਉਹਦਾ ਗੁੱਸਾ ਵੀ ਨਹੀਂ ਕਰਨਾ ਨਹੀਂ ਭਾਗਾਂ ਜੋ ਤੇ ਆਪਾਂ ਉਹਦੇ ਪਿੱਛੇ ਆਪਣਾ ਦਿਮਾਗ ਨਹੀਂ ਖਰਾਬ ਕਰਨਾ ਕਹਿਣਾ ਜ਼ਰੂਰ ਹੈ। ਜੇ ਕੋਈ ਬਚਨ ਮੰਨਦਾ ਉਹਨੂੰ ਲੈ ਕੇ ਆਉਂਦੇ ਨੇ ਕਈ ਆਪ ਆਉਂਦੇ ਨੇ ਇਕੱਲੇ ਹੀ ਆ ਜਾਂਦੇ ਚਲੋ ਆਪਾਂ ਸੇਵਾ ਕਰੀਏ ਜਿਵੇਂ ਮਹਾਰਾਜ ਕਿਰਪਾ ਜਿਹਦੇ ਭਾਗਾਂ 'ਚ ਹੋਵੇਗੀ ਉਹ ਵੀ ਕਰ ਲਏਗਾ ਆਪਾਂ ਤਾਂ ਕਰੀਏ। ਤੇ ਜਿਹੜੇ ਉਹਨਾਂ ਦੇ ਬਚਨ ਮੰਨਣ ਵਾਲੇ ਨੇ ਉਹ ਆ ਜਾਂਦੇ ਕਈ ਉੱਦਾਂ ਦੇਖ ਕੇ ਹੀ ਆ ਜਾਂਦੇ ਵੀ ਫਲਾਣਾ ਸਿੰਘ ਸੇਵਾ ਕਰ ਰਿਹਾ ਆਪਾਂ ਵੀ ਚੱਲੀਏ ਕਰੀਏ ਇਸ ਤਰ੍ਹਾਂ ਸੇਵਾ ਕਰਦੇ ਹਨ। ਹਾਂਜੀ ਪੂਰਨ ਹੋਤ ਜਾਚਨਾ ਜਿਉਂ ਜਿਉਂ ਤੇ ਜੋ ਆ ਕੇ ਮੰਗਦੇ ਨੇ ਗੁਰੂ ਮਹਾਰਾਜ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ। ਜਦੋਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜਾ ਹੋਰ ਕਿਸੇ ਨੂੰ ਮਨੋਕਾਮਨਾ ਹੁੰਦੀ ਹੈ ਉਹ ਵੀ ਉਹਨੂੰ ਵੀ ਹੁੰਦਾ ਵੀ ਚੱਲ ਮੈਂ ਵੀ ਸੇਵਾ ਕਰਾਂ ਮੇਰੀ ਵੀ ਹੋ ਜੇ। ਇੱਥੇ ਸਾਧ ਸੰਗਤ ਜੀ ਗੁਰੂ ਘਰ ਜਾਣ ਵਾਲੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰਿਆਂ ਦੀ ਅਵਸਥਾ ਇੱਕੋ ਜਿਹੀ ਨਹੀਂ ਹੁੰਦੀ। 5 ਪ੍ਰਕਾਰ ਦੀ ਸਿੱਖੀ ਲਿਖੀ ਹੈ ਭਾਈ ਸਾਹਿਬ ਜੀ ਨੇ। ਧੰਦੇ ਕੀ ਇੱਕ ਦੇਖਾ ਦੇਖੀ ਹਿਰਸੀ ਤ੍ਰੈ ਸਿਦਕੀ ਅਵਰੇਖੀ ਪੰਚਮ ਹੈ ਭਾਵ ਕੀ ਭਲੇ। ਇੱਕ ਧੰਦੇ ਦੀ ਸਿੱਖੀ ਹੈ ਵੀ ਸਾਰੇ ਗੁਰੂ ਕੇ ਸਿੱਖ ਹਨ ਇਹਨਾਂ ਦਾ ਆਪਸ ਵਿੱਚ ਚੰਗਾ ਪਿਆਰ ਹੈ ਕੰਮਕਾਰ ਠੀਕ ਹੈ ਮੈਂ ਵੀ ਸਿੱਖ ਬਣ ਜਾਵਾਂ ਇਹਨਾਂ ਦੇ ਨਾਲ ਮੇਰਾ ਵੀ ਕੰਮਕਾਰ ਚੱਲੀ ਜਾਵੇਗਾ ਗੁਰਦੁਆਰੇ ਜਾਵਾਂਗੇ ਤਾਂ ਕੋਈ ਕੰਮਕਾਰ ਠੀਕ ਹੋਵੇਗਾ ਕਿ ਚਲੋ ਕੋਈ ਸਿੱਖਾਂ ਤੋਂ ਲੈਣ ਦੇਣ ਹੈ ਨਾ ਉਹਨਾਂ ਦੇ ਨਾਲ ਜੇ ਉਹਨਾਂ ਵਰਗੇ ਹੀ ਬਣ ਜਾਈਏ ਉਹ ਧੰਦੇ ਦੀ ਸਿੱਖੀ ਹੈ। ਦੂਜੀ ਦੇਖਾ ਦੇਖੀ ਦੀ ਹੈ ਬਈ ਦੇਖੋ ਉਹ ਫਲਾਣਾ ਗੁਰੂ ਘਰ ਜਾਂਦਾ ਉਹਦੇ ਘਰ ਬਹੁਤ ਧਨ ਪਦਾਰਥ ਹੈ ਬੜੀ ਉੱਤੇ ਪ੍ਰਮਾਤਮਾ ਦੀ ਕਿਰਪਾ ਆਪਾਂ ਵੀ ਜਾਈਏ ਉਹ ਦੇਖਾ ਦੇਖੀ ਨਾਲ ਮਗਰ ਚੱਲ ਪਏ। ਤੀਜੇ ਹਨ ਹਿਰਸ ਦੇ ਵੀ ਗੁਰੂ ਕੋਲੋਂ ਅਰਦਾਸ ਕਰਨੀ ਮਹਾਰਾਜ ਜੀ ਵੀ ਸਾਡੇ ਘਰ ਪੁੱਤਰ ਹੋ ਜਾਵੇ ਕੰਮਕਾਰ ਚੱਲ ਜਾਵੇ ਮਹਾਰਾਜ ਕਿਰਪਾ ਕਰੋ ਸਾਡੀ ਹਿਰਸ ਪੂਰੀ ਕਰ ਦਿਓ। ਚੌਥੇ ਸਿੱਧਕੀ ਸਿੱਖ ਨੇ ਜਿਨ੍ਹਾਂ ਦੇ ਬੰਦ ਵੀ ਕੱਟੇ ਜਾਣ ਤੇ ਗੁਰੂ ਨੂੰ ਛੱਡਦੇ ਨਹੀਂ ਉਹ ਭਾਵੇਂ ਉਹਨਾਂ ਨੂੰ ਖੋਪਰ ਰਹਿ ਜਾਵੇ ਭਾਵੇਂ ਗੁਰੂ ਉਹਨਾਂ ਨੂੰ ਕੋਈ ਫਲ ਦੇਵੇ ਭਾਵੇਂ ਨਾ ਦੇਵੇ ਪੱਲਾ ਗੁਰੂ ਦਾ ਹੀ ਫੜ ਕੇ ਰੱਖਣਾ ਉਹ ਸਿੱਧਕੀ ਹੁੰਦੇ ਆ। ਭਾਈ ਮਨੀ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ। ਪੰਜਵੇਂ ਹੁੰਦੇ ਪ੍ਰੇਮ ਦੇ ਸਿੱਖ ਜਿਨ੍ਹਾਂ ਵਿੱਚ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਵਰਗੇ ਪ੍ਰੇਮੀ ਸਿੱਖ ਹੁੰਦੇ ਆ। ਸੋ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਦੀ ਝੋਲੀ ਭਰਨੀ ਹੈ ਜਿਹੜਾ ਜਿੱਦਾਂ ਵੀ ਕੋਈ ਆ ਜਾਏ ਨਿਰਾਸ਼ ਨਹੀਂ ਕਰਨਾ ਜਿੱਦਾਂ ਕੋਈ ਆ ਜਾਏ ਉਹਨੂੰ ਗੁਰੂ ਘਰ ਤੋਂ ਬਖਸ਼ਿਸ਼ ਮਿਲਣੀ ਹੈ। ਜਦੋਂ ਇੱਕ ਨੂੰ ਬਖਸ਼ਿਸ਼ ਮਿਲਦੀ ਹੈ ਦੂਜੇ ਦੇ ਮਨ 'ਚ ਵੀ ਹੁੰਦਾ ਵੀ ਚਲੋ ਆਪਾਂ ਵੀ ਮਹਾਰਾਜ ਦੇ ਦਰਸ਼ਨ ਕਰੀਏ ਸਾਡੀ ਵੀ ਗੁਰੂ ਮਹਾਰਾਜ ਅਰਦਾਸ ਬੇਨਤੀ ਸੁਣ ਲੈਣ। ਹਾਂਜੀ ਸੁਣ ਸੁਣ ਜਸ ਆਵਤ ਨਰ ਤਿਉ ਤਿਉ ਮਹਾਰਾਜ ਦਾ ਜਸ ਸੁਣ ਕੇ ਹੋਰ ਸੰਗਤਾਂ ਆਉਂਦੀਆਂ ਹਨ। ਹੋਤ ਹਜ਼ਾਰਨ ਕੋ ਕਲਿਆਣ ਹਜ਼ਾਰਾਂ ਦਾ ਭਲਾ ਹੋ ਰਿਹਾ ਹਜ਼ਾਰਾਂ ਦਾ ਕਲਿਆਣ ਹੋ ਰਿਹਾ। ਸਤਿਗੁਰ ਵੱਡ ਉਦਾਰ ਦੇ ਦਾਨ ਮਹਾਰਾਜ ਵੀ ਖੁੱਲੇ ਹੱਥੀ ਵਰਤਾ ਰਹੇ ਨੇ। ਜਿਵੇਂ ਸਾਧ ਸੰਗਤ ਜੀ ਸਮੁੰਦਰ ਹੁੰਦਾ ਉਹਦੇ 'ਚ ਜਿੰਨਾ ਮਰਜ਼ੀ ਕੱਢੀ ਜੋ ਸਮੁੰਦਰ ਮੁੱਕਦਾ ਥੋੜਾ। ਮਹਾਰਾਜ ਸਮੁੰਦਰ ਨੇ ਗੁਰੂ ਨਾਨਕ ਸਾਹਿਬ ਦਾ ਘਰ ਬਹੁਤ ਵੱਡਾ ਖਜ਼ਾਨਾ ਬਹੁਤ ਵੱਡਾ ਜਿੰਨਾ ਵਰਤਾਈ ਜਾਂਦੇ ਉਹਨਾਂ ਹੋਰ ਭਰੀ ਜਾਂਦਾ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਸਤਿਗੁਰੂ ਵਰਤਾਈ ਜਾਂਦੇ ਆ ਖੁੱਲੇ ਦਿਲ ਨਾਲ
ਸਭ ਦੀਆਂ ਝੋਲੀਆਂ ਭਰਦੇ ਹਨ ਗੁਰੂ ਅਰਜਨ ਦੇਵ ਜੀ। ਪਾਏ ਕਾਮਨਾ ਇੱਕ ਨ ਰਜਾਵੈ, ਇੱਕ ਬੰਦਾ ਆਪਣੀ ਮਨੋਕਾਮਨਾ ਪੂਰੀ ਕਰਕੇ ਜਾਂਦਾ ਹੈ। ਜਹ ਕਹਿ ਕੀਰਤ ਕਰਤ ਸੁਨਾਵੈ, ਉਹ ਲੋਕਾਂ ਨੂੰ ਦੱਸਦਾ ਬਈ ਦੇਖੋ ਮੇਰਾ ਕੰਮ ਕਿਤੇ ਨਹੀਂ ਸੀ ਬਣਿਆ, ਮੇਰੇ ਘਰ ਪੁੱਤਰ ਨਹੀਂ ਸੀ ਹੁੰਦਾ, ਮੈਂ ਬੜੇ ਪੀਰਾਂ ਫਕੀਰਾਂ ਨੂੰ ਮਨਾਇਆ, ਕਿਤੋਂ ਗੱਲ ਨਹੀਂ ਬਣੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੋਵਰ ਦੀ ਸੇਵਾ ਕੀਤੀ ਤੇ ਝਟ ਕੰਮ ਬਣ ਗਿਆ, ਪੁੱਤਰ ਹੋ ਗਿਆ ਮੇਰੇ ਘਰ। ਕੋਈ ਕਹਿੰਦਾ ਮੈਂ ਬਿਮਾਰ ਰਹਿੰਦਾ ਸੀ ਤੇ ਮੇਰੀ ਬਿਮਾਰੀ ਕਿਤੋਂ ਠੀਕ ਨਹੀਂ ਸੀ ਹੁੰਦੀ, ਜਦੋਂ ਮੈਂ ਗੁਰੂ ਮਹਾਰਾਜ ਦੇ ਸਰੋਵਰ 'ਚ ਜਾ ਕੇ ਮਿੱਟੀ ਢੋਈ ਹੈ ਮੇਰੀ ਬਿਮਾਰੀ ਠੀਕ ਹੋ ਗਈ ਹੈ। ਕੋਈ ਕਹਿੰਦਾ ਵੀ ਮੇਰਾ ਮੁਕੱਦਮਾ ਸੀ ਉਹ ਠੀਕ ਜਿੱਤਿਆ ਨਹੀਂ ਸੀ ਜਾਂਦਾ, ਜਦੋਂ ਮੈਂ ਮਹਾਰਾਜ ਦੇ ਸਰੋਵਰ 'ਚ ਸੇਵਾ ਕੀਤੀ ਮੇਰਾ ਮੁਕੱਦਮਾ ਜਿੱਤਿਆ ਗਿਆ। ਇਦਾਂ ਦੂਜਿਆਂ ਨੂੰ ਦੱਸਦੇ, ਜਦੋਂ ਦੱਸਦੇ ਹਨ ਤੇ ਅਗਲੇ ਕਹਿੰਦੇ ਬਈ ਚਲੋ ਫਿਰ ਆਪਾਂ ਵੀ ਚੱਲੀਏ। ਇਦਾਂ ਪ੍ਰਚਾਰ ਹੋਇਆ ਸਾਧ ਸੰਗਤ ਜੀ। ਪ੍ਰਚਾਰ ਅਖਬਾਰਾਂ ਨਾਲ ਨਹੀਂ ਹੁੰਦਾ, ਰੇਡੀਓ 'ਚ ਨਹੀਂ ਹੁੰਦਾ, ਇੰਟਰਨੈਟ ਤੇ ਨਹੀਂ ਹੁੰਦਾ, ਪ੍ਰਚਾਰ ਤੇ ਭਾਵਨਾ ਨਾਲ ਹੁੰਦਾ, ਸ਼ਰਧਾ ਨਾਲ ਹੁੰਦਾ। ਜਦੋਂ ਗੁਰੂ ਕੇ ਸਿੱਖ ਮਹਾਰਾਜ ਦੇ ਜਸ ਨੂੰ ਸੁਣਦੇ ਨੇ, ਮਹਿਮਾ ਨੂੰ ਸੁਣਦੇ ਨੇ, ਉਹ ਵੀ ਆ ਜਾਂਦੇ ਨੇ ਤੇ ਫੁੱਲਾਂ ਤੇ ਭੌਰਿਆਂ ਨੇ ਆਉਣਾ ਹੀ ਆਉਣਾ। ਫੁੱਲਾਂ ਦੇ ਉੱਤੇ ਤੇ ਭੌਰੇ ਆਉਣਗੇ, ਉਹ ਖੁਸ਼ਬੂ ਵੀ ਆਣੀ ਹੈ ਤੇ ਭੌਰੇ ਵੀ ਆਣੇ। ਇਹ ਗੁਰੂ ਦੀ ਖੁਸ਼ਬੂ ਨੂੰ ਥੋੜਾ ਕੁਝ ਛੁਪਾ ਸਕਦਾ, ਇਹ ਤਾਂ ਇਦਾਂ ਹੀ ਰਹਿਣੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸਭ ਦੀਆਂ ਝੋਲੀਆਂ ਭਰਦੇ ਹਨ। ਸੁਣ ਕੇ ਅਪਰ ਝੌਂਕ ਵੱਡ ਧਰੈ, ਜਦੋਂ ਦੂਜੇ ਸੁਣਦੇ ਹਨ ਉਹਨਾਂ ਨੂੰ ਵੀ ਚਾਹ ਹੁੰਦਾ ਚੱਲੀਏ ਆਪਾਂ ਵੀ, ਸਾਡਾ ਵੀ ਕੰਮ ਬਣ ਜਾਵੇ, ਸਾਡਾ ਵੀ ਕੋਈ ਭਲਾ ਹੋ ਜਾਵੇ। ਹਾਂਜੀ, ਪਹੁੰਚ ਗੁਰੂ ਟਿਗ ਸੇਵਾ ਕਰੈ, ਉਹ ਵੀ ਮਹਾਰਾਜ ਕੋਲ ਆ ਕੇ ਸੇਵਾ ਕਰਦੇ ਆ। ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਆਪਣੇ ਲੋਭ ਕੋ ਕੀਨੋ ਮੀਤ, ਮੈਂ ਤਾਂ ਆਪਣੇ ਲਾਲਚ ਨੂੰ ਮਿੱਤਰ ਬਣਾਇਆ ਸੀ, ਮੈਂ ਤਾਂ ਗੁਰੂ ਨਾਲ ਯਾਰੀ ਪਾਈ ਸੀ ਆਪਣੇ ਮਤਲਬ ਲਈ, ਵੀ ਮੇਰਾ ਮਤਲਬ ਠੀਕ ਹੋ ਜਾਏ। ਗੁਰੂ ਨੇ ਸਗਲ ਮਨੋਰਥ ਮੁਕਤ ਪਦ ਦੀਤ, ਗੁਰੂ ਨੇ ਮੇਰੇ ਕੰਮ ਵੀ ਕਰ ਦਿੱਤੇ, ਮੈਨੂੰ ਮੁਕਤੀ ਵੀ ਦੇਤੀ। ਮੈਂ ਤਾਂ ਗਿਆ ਸੀ ਗੁਰੂ ਕੋਲੋਂ ਦੁਨਿਆਵੀ ਚੀਜ਼ਾਂ ਮੰਗਣ, ਗੁਰੂ ਨੇ ਦੁਨਿਆਵੀ ਚੀਜ਼ਾਂ ਵੀ ਦੇਤੀਆਂ ਤੇ ਮੁਕਤੀ ਵੀ ਨਾਲ ਝੁੰਗੇ 'ਚ ਦੇਤੀ। ਕਿੱਡਾ ਵੱਡਾ ਦਿਆਲੂ ਹੈ ਗੁਰੂ। ਇਹ ਗੁਰਬਾਣੀ ਦੀ ਪੰਕਤੀ ਹੈ ਕਿ ਆਪਣੇ ਲੋਭ ਕੋ ਕੀਨੋ ਮੀਤ, ਆਪਣੇ ਲਾਲਚ ਨੂੰ ਮੈਂ ਮਿੱਤਰ ਬਣਾਇਆ ਸੀ, ਆਪਣੇ ਮਤਲਬ ਲਈ ਮੈਂ ਗੁਰੂ ਨਾਲ ਦੋਸਤੀ ਪਾਈ ਸੀ, ਜਾਣਕਾਰੀ ਬਣਾਈ ਸੀ, ਸਿੱਖੀ ਧਾਰਨ ਕੀਤੀ ਸੀ। ਗੁਰੂ ਨੇ ਮੇਰੇ ਮਨੋਰਥ ਵੀ ਪੂਰੇ ਕਰ ਦਿੱਤੇ, ਗੁਰੂ ਨੇ ਮੁਕਤੀ ਵੀ ਦੇ ਦਿੱਤੀ। ਇਹ ਗੁਰੂ ਦੀ ਵਡਿਆਈ ਹੈ। ਵੱਡਾ ਸਮਰੱਥ ਸਤਿਗੁਰੂ ਧੰਨ ਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਹਾਂਜੀ, ਆਪਣੀ ਆਏ ਪੁਰ ਹੈ ਅਬਲਾਖਾ, ਸਾਧ ਸੰਗਤ ਦੀ ਜਿਹੜੇ ਜਿਹੜੇ ਸਿੱਖ ਸੁਣਦੇ ਨੇ ਉਹ ਵੀ ਆ ਜਾਂਦੇ ਨੇ ਤੇ ਉਹਨਾਂ ਦੀਆਂ ਵੀ ਸਾਰੀਆਂ ਅਭਿਲਾਸ਼ਾ ਇੱਛਾਵਾਂ ਗੁਰੂ ਪੂਰੀਆਂ ਕਰਦਾ ਹੈ। ਸਿਮਰਨ ਕਰੈ ਪ੍ਰੇਮ ਉਰ ਰਾਖਾ, ਤੇ ਉਹ ਫਿਰ ਗੁਰੂ ਦੇ ਜਹਾਜ਼ ਤੇ ਚੜ ਜਾਂਦੇ ਨੇ। ਹੁਣ ਕਈ ਲੋਕ ਅੱਜ ਕੱਲ੍ਹ ਕਹਿਣਗੇ ਜੀ ਇਹ ਲਾਲਚ ਨਾਲ ਨਹੀਂ ਸਿੱਖੀ ਧਾਰਨ ਕਰਨੀ ਚਾਹੀਦੀ, ਆਪਣੇ ਕੋਲੋਂ ਹੀ ਨਾ ਗਿਆਨ ਬੜਾ ਬਣਾਇਆ ਹੋਇਆ। ਤਰਕ, ਇਹ ਤਰਕ ਗਿਆਨ ਹੁੰਦਾ, ਗਿਆਨ ਨਹੀਂ ਹੁੰਦਾ। ਇਹਨੂੰ ਕਹਿੰਦੇ ਨਗੋਚਬਾਜੀ, ਨਗੋਚਾਂ ਕਰਨੀਆਂ, ਕਰਨਾ ਕਰਾਉਣਾ ਕੱਖ ਨਹੀਂ, ਨਗੋਚਾਂ ਹੀ ਕਰਨੀਆਂ। ਹੁਣ ਜਿਹੜੇ ਕਹਿੰਦੇ ਆ ਵੀ ਲਾਲਚ ਨਾਲ ਨਹੀਂ ਸਿੱਖੀ ਧਾਰਨ ਕਰਨੀ ਚਾਹੀਦੀ, ਉਹਨਾਂ ਨੂੰ ਪੁੱਛੋ ਰੋਟੀ ਤੁਸੀਂ ਖਾਂਦੇ ਨਹੀਂ? ਰੋਟੀ ਛੱਡ ਦਿਓ, ਰੋਟੀ ਦਾ ਲਾਲਚ ਨਹੀਂ ਤੁਹਾਨੂੰ, ਕੱਪੜੇ ਦਾ ਲਾਲਚ ਨਹੀਂ, ਮਕਾਨ ਦਾ ਲਾਲਚ ਨਹੀਂ। ਸਭ ਨੂੰ ਚੀਜ਼ ਚਾਹੀਦੀ ਹੈ, ਮਕਾਨ ਵੀ ਚਾਹੀਦਾ, ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਦੁੱਧ ਬੁੱਧ ਵੀ ਚਾਹੀਦਾ। ਕਿੱਥੋਂ ਮੰਗਣ ਜਾਣਾ ਆਪਾਂ? ਗੁਰੂ ਤੋਂ ਹੀ ਮੰਗਣਾ, ਹੋਰ ਕਿੱਥੇ ਜਾਈਏ? ਸਾਡਾ ਹੋਰ ਹੈ ਹੀ ਨਹੀਂ ਕੋਈ, ਗੁਰੂ ਹੀ ਹੈ। ਆਪਣੇ ਗੁਰੂ ਕੋਲੋਂ ਮੰਗਾਂਗੇ ਅਸੀਂ ਤਾਂ। ਮਾਣ ਮੰਗੋ, ਗੁਰਬਾਣੀ ਦੀ ਪੰਕਤੀ ਹੈ, ਮਾਣ ਮੰਗੋ, ਮਾਣ ਇੱਜ਼ਤ ਵੀ ਮੰਗਦਾ ਹਾਂ ਮੇਰੇ ਮਾਲਕ, ਦੋ ਰੋਟੀਆਂ ਇੱਜ਼ਤ ਦੀਆਂ ਦੇ ਦੇ।
ਮਾਣ ਮੰਗੋ ਤਾਣ ਮੰਗੋ, ਤਾਕਤ ਵੀ ਚਾਹੀਦੀ ਹੈ, ਸਰੀਰ ਤੁਰਦਾ ਫਿਰਦਾ ਚਾਹੀਦਾ। ਮਾਣ ਮੰਗੋ ਤਾਣ ਮੰਗੋ, ਧਨ ਲక్ష్ਮੀ ਸੁਤ ਦੇਹੋ, ਧਨ ਲక్ష్ਮੀ ਵੀ ਚਾਹੀਦੇ, ਪੁੱਤਰ ਵੀ ਚਾਹੀਦੇ, ਪੋਤੇ ਵੀ ਚਾਹੀਦੇ। ਕਿੱਥੋਂ ਮੰਗੀਏ? ਹੋਰ ਛੱਡ ਜਾਈਏ ਕਿੱਥੇ ਗੁਰੂ ਤੋਂ ਬਿਨਾਂ? ਹੋਵੇ ਗੁਰੂ ਦਾ ਸਿੱਖ ਹੋਰ ਥਾਂ ਤੇ ਮੰਗਦਾ ਫਿਰੇ। ਕਹਿੰਦੇ ਹੈ ਤਾਂ ਗੁਰੂ ਦਾ ਸਿੱਖ ਮੰਗਦਾ ਪੀਰਾਂ ਕੋਲੋਂ ਫਿਰਦਾ, ਹੈ ਗੁਰੂ ਦਾ ਸਿੱਖ ਮੰਗਦਾ ਮੜੀਆਂ ਕਬਰਾਂ ਤੇ ਫਿਰਦਾ। ਇਸ ਕਰਕੇ ਖਾਲਸਾ ਜੀ ਗੁਰੂ ਤੋਂ ਹੀ ਮੰਗਣਾ। ਆਪਾਂ ਮੰਗਤੇ हैं गुरु दे, ਆਪਾਂ गुरु ने देना, जो मांगे ठाकर अपने ते सोई सोई देवे। हाँ कोई गुरु की कृपा हो जाए, अवस्था उपर चली जाए, वो भी अवस्था है सिखां दी। वो भी सिख ने जिहड़े मंगते नहीं, वो साडे तो उच्चे ने, उन्हां दा लैवल उच्चा, पर सारे तो नहीं ना बन सकते। सारे तो भाई मनी सिंह नहीं बन सकते, सारे भाई मंझ नहीं बन सकते। आपां तां पहले दूजे च पढ़न वाले बच्चे छोटे छोटे, ते वो वड्डे महापुरुष, उन्हां दी अवस्था होर है। उन्हां दे लिखिया भाई गुरदास कहंदे, चार पदार्थ आखियन सतगुर दे, ना गुर सिख मंगै। चार पदार्थ ने धर्म अर्थ काम मोक्ष। दुनिया की हर चीज इन्हां दे अंदर आ गई, कोई बाहर नहीं रह गया। धर्म अर्थ काम मोक्ष, हर चीज इन्हां दे अंदर आ गई। सतगुरु दे रहा है दो हत्थां नाल, गुरसिख मंगदा नहीं, बिना मंगिया दे रहा। वो गुरसिख उच्ची अवस्था वाला है, वो भाई लहणे वर्गा गुरसिख है। वो गुरसिख भाई दया सिंह वर्गा गुरसिख है। वो गुरसिख भाई मंझ वर्गा गुरसिख है। असीं ओहो जे गुरसिख तां नहीं बन सकते। सानू तो दुनियावी चीज़ां दी भी लोड़ है, ते असीं अपने गुरु कोलों ही मंगणियां, होर कित्थों मंगणियां। हाँ जदों गुरु दे दिंदा ते गुरु दा एहसान भुलना नहीं, फिर कहना भी शुक्र है शुक्र है शुक्र है गुरु जी तेरा, ते बाणी नाल जुड़े रहना, ते फिर मुक्ति भी हो जानी है। सौखा ही काम है, फिर कोई मुकत भुगत जुगत तेरी सेवा। मुक्ति ते भुगती ते जुगती तेरी सेवा विच है। धन गुरु अर्जन साहब जी खुले हथी बरता रहे ने। श्रोता सुनकर शुभ इतिहास। सो गुरु साहब जी दे इन्हां प्यारे सिखां दा इतिहास सुन के चित मह चौंप विशाल प्रकाश। कविराज भाई संतोख सिंह जी कैथल दे 9वीं पातशाही दे गुरुद्वारे कथा करदे सीगे। उन्हां दे कोल सिंघां ने बेनती कीती कथा सुन के। सिखन गन के सुनकर नाम। जदों गुरसिखां दे नाम सुने ना, भी भाई बुढ़ा जी, भाई भगतू जी, भाई मंझ जी ये सेवा कर रहे, भाई पुराणा जी, भाई बूला जी, चूड़ चौधरी, कल्याणा, टोडा, भाई गोखा, इन्हां सिखां दे नाम सुन के, हाँ जी, जिनको प्राप्त उत्तम धाम। जिन्हां सिखां नूं महाराज गुरु अर्जन देव जी दे समय अमृतसर सरोवर की सेवा करके ब्रह्म ज्ञान प्राप्त होया, मुक्ति नूं प्राप्त होए, परमात्मा का ही रूप बन गए, रब का ही रूप बन गए। वो बंदे उन्हां दी कथा सुनन नूं जी करदा। हाँ जी, ज्ञानवान पूर्ण पद पायो। ब्रह्म ज्ञानी होए महापुरुष, जिन्हां नूं पूर्ण पदवी प्राप्त होई, परमात्मा का रूप हो गए। हाँ जी, जिन सिखन सतगुरु रिझायो। जिन्हां ने महाराज साहब जी नूं खुश कर लिया सेवा करके। हाँ जी, जिनकी करहो वार्ता सारी। ए कवि जी सानू उन्हां दी कथा सुनाओ, सानू उन्हां दे वचन सुनाओ। हाँ जी, जे जे भये परम उपकारी। जिहड़े परम उपकारी होए ने उन्हां दी कथा सुनाओ। हाँ जी, जे जे नामी सिख सुजाने। जिहड़े नामी सिख होए ने गुरु घर दे अमृतसर दी सेवा जिन्हां ने बहुत बड़ा योगदान पाया है। जिनके कहो प्रसंग महाने। उन्हां महान गुरसिखां दी कथा सुनाओ। जिस प्रकार सेवा गुर कीनस। जिन्हां ने गुरु महाराज दी सेवा कीती बहुत प्रेम नाल, जिवें जिवें कीती, किसे ने किसे तरह कीती, किसे ने कि हुण आउणी है भी किवें भाई सालो जी सेवा करदे सीगे, ते किवें भाई बहलो जी सेवा करते सीगे, किवें भाई भगतू जी सेवा करते सी। औखी तो सौखी सेवा सी, कठिन सेवा सीगी।
ਉਹਨਾਂ ਸਿੱਖਾਂ ਨੇ ਕੀਤੀ ਹੈ। ਹਾਂਜੀ, ਮਿਲ ਕਰ ਜਥਾ ਪਰਮ ਪਦ ਲੀਨਸ, ਜੋ ਸੇਵਾ ਕਰਕੇ ਪਰਮ ਪਦਵੀ ਪ੍ਰਾਪਤ ਕੀਤੀ ਉਹਨਾਂ ਨੇ, ਸੋ ਸਭ ਕਹੋ ਕਥਾ ਰਮਣੀਕਾ। ਉਹ ਸਾਰੀ ਕਥਾ ਰਮਣੀਕ ਕਥਾ, ਰਸ ਭਿੰਨੀ ਕਥਾ ਸੁਣਾਓ ਭਾਈ ਸਾਹਿਬ ਜੀ ਸਾਨੂੰ। ਸੁਨਤ ਪ੍ਰੀਤ ਤੇ ਜਿਮ ਹੋਏ ਨੀਕਾ, ਆ ਪ੍ਰੇਮ ਨਾਲ ਸਿੰਘ ਸੁਣ ਰਹੇ ਨੇ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸੁਣਾ ਰਹੇ ਨੇ। ਉਹ ਬਚਨ ਉਹਨਾਂ ਨੇ ਮੰਗ ਕੀਤੀ ਹੈ। ਕਵੀ ਜੀ ਲਿਖਦੇ ਆ ਵੀ ਸਿੰਘਾਂ ਨੇ ਪੁੱਛਿਆ ਵੀ ਸਾਨੂੰ ਉਹ ਪ੍ਰਸੰਗ ਵੀ ਸੁਣਾਓ ਜਿਨ੍ਹਾਂ ਨੇ ਸੇਵਾ ਕੀਤੀ ਸੀ। ਕੌਣ ਕੌਣ ਸੀ ਉਹ? ਹਾਂਜੀ, ਸ਼ਰੋਤਨ ਕੇ ਸੁਣ ਕੈ ਸਭ ਬੈਨ, ਆਪਣੇ ਕੋਲੋਂ ਕਥਾ ਸੁਣਨ ਵਾਲੇ ਸਰੋਤਿਆਂ ਦਾ ਇਹ ਪ੍ਰਸ਼ਨ ਸੁਣ ਕੇ ਭਗਤਾ ਭਇਓ ਪ੍ਰਫੁੱਲਤ ਨੈਣ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਡੀ ਖੁਸ਼ੀ ਵੱਧ ਗਈ ਵੀ ਇਹ ਸੁਣ ਰਹੇ ਨੇ ਪ੍ਰੇਮ ਨਾਲ। ਜਿਵੇਂ ਸਾਧ ਸੰਗਤ ਜੀ ਕੋਈ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਕਹਿੰਦੇ ਘਰ ਵਾਲਾ ਸੁਜਾਖਾ ਹੋਵੇ ਤੇ ਘਰ ਵਾਲੀ ਬੜੇ ਸ਼ਿੰਗਾਰ ਕਰ ਕਰਕੇ ਬਹਿੰਦੀ ਹੈ ਵੀ ਮੇਰਾ ਪਤੀ ਦੇਖੇਗਾ ਤੇ ਖੁਸ਼ ਹੋਵੇਗਾ, ਤੇ ਜੇ ਘਰ ਵਾਲਾ ਨੇਤਰਹੀਨ ਹੋਵੇ, ਬਲਾਈਂਡ ਹੋਵੇ, ਤੇ ਉਹਦਾ ਸ਼ਿੰਗਾਰ ਕਾਹਦੇ ਵਾਸਤੇ ਕਰਨਾ ਹੁੰਦਾ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਜੇ ਕਥਾ ਸੁਣਨ ਵਾਲੇ ਧਿਆਨ ਨਾਲ ਸੁਣਦੇ ਹੋਣ ਤੇ ਸੁਣਾਉਣ ਵਾਲੇ ਦਾ ਜੀ ਕਰਦਾ ਵੀ ਹੋਰ ਗੁਰੂ ਦਾ ਪ੍ਰਸੰਗ ਸੁਣਾਈਏ, ਤੇ ਜੇ ਸੁਣਨ ਵਾਲਿਆਂ ਨੂੰ ਪਤਾ ਹੀ ਨਾ ਲੱਗਿਆ ਵੀ ਕੀ ਸੁਣਾ ਰਿਹਾ ਤੇ ਫਿਰ ਉਹ ਕਹਿੰਦਾ ਵੀ ਸੁਣਾਈਏ ਕਿਹਨੂੰ। ਕਵੀ ਜੀ ਕਹਿੰਦੇ ਸਾਨੂੰ ਖੁਸ਼ੀ ਚੜ੍ਹ ਗਈ ਵੀ ਸਿੰਘ ਸੁਣਨ ਵਾਲੇ ਧਿਆਨ ਨਾਲ ਸੁਣਦੇ, ਪ੍ਰੇਮ ਨਾਲ ਸੁਣਦੇ। ਤਾਂ ਉਹਨਾਂ ਨੇ ਪੁੱਛਿਆ ਸਾਨੂੰ ਉਹ ਕਥਾ ਸੁਣਾਓ ਵੀ ਕਿਹੜੇ ਕਿਹੜੇ ਸਿੱਖ ਸੇਵਾ ਕਰ ਰਹੇ ਸੀਗੇ। ਤੇ ਭਾਈ ਸਾਹਿਬ ਕਹਿੰਦੇ ਅਸੀਂ ਚਾਹ ਦੇ ਵਿੱਚ ਉਹਨਾਂ ਨੂੰ ਸੁਣਾਣੀ ਸ਼ੁਰੂ ਕੀਤੀ। ਫਿਰ ਹਾਂਜੀ, ਨਿਸ਼ਚੈ ਪ੍ਰੇਮ ਲਖਿਓ ਤੁਮ ਸਾਚੋ, ਸਿੰਘੋ ਤੁਸੀਂ ਸੱਚੀ ਮੁੱਚੀ ਸਰੋਤੇ ਹੋ, ਤੁਹਾਨੂੰ ਸੁਣਨ ਦੀ ਇੱਛਾ ਹੈ, ਤੁਸੀਂ ਪ੍ਰੇਮ ਨਾਲ ਸੁਣਦੇ ਹੋ। 14 ਗੁਣ ਸਰੋਤਾ ਦੇ, 14 ਹੀ ਬਖਤਾ ਦੇ ਹਨ। ਕਥਾ ਸੁਣਨ ਵਾਲੇ ਦੇ 14 ਗੁਣ ਹਨ ਤੇ ਕਥਾ ਕਰਨ ਵਾਲੇ ਦੇ ਵੀ 14 ਗੁਣ ਹਨ। ਜੇ ਕਿਤੇ 14 ਦੇ 14 28 ਪੂਰੇ ਹੋ ਜਾਣ, ਕਥਾ ਸੱਚਖੰਡ 'ਚ ਲੈ ਜਾਂਦੀ ਬੰਦੇ ਨੂੰ, ਪਰ ਇੰਨੇ ਹੁੰਦੇ ਨਹੀਂ ਇਕੱਠੇ। ਕਲਯੁਗ ਦਾ ਪਹਿਰਾ ਨਾ ਕਥਾ ਕਰਨ ਵਾਲੇ ਦੇ 14 ਗੁਣ ਪੂਰੇ ਹੁੰਦੇ ਆ ਤੇ ਨਾ ਅੱਜ ਕੱਲ੍ਹ ਸਾਧ ਸੰਗਤ ਜੀ ਸਰੋਤਿਆਂ ਦੇ ਪੂਰੇ ਹੁੰਦੇ ਆ। ਜੇ ਪੂਰੇ ਹੋ ਜਾਣ, ਮਹਾਰਾਜ ਦੀ ਕਿਰਪਾ ਹੋ ਜੇ, 14 ਦੇ 14 ਦੋਏ ਪਾਸੇ 28 ਹੋ ਜਾਂਦੇ ਤੇ ਕਥਾ ਜਿਹੜੀ ਹੈ ਨਾ ਬੰਦੇ ਨੂੰ ਸੱਚਖੰਡ ਲੈ ਜਾਂਦੀ ਹੈ। ਅੱਗੇ ਕਥਾ ਦੇ ਆਉਣੇ 6ਵੇਂ ਪਾਤਸ਼ਾਹ ਦੇ ਪ੍ਰਸੰਗ 'ਚ ਵੀ 14 ਕਿਹੜੇ ਸਰੋਤਾ ਦੇ ਕਿਹੜੇ ਬਖਤਾ ਦੇ ਗੁਣ ਹਨ। ਤੋ ਭਾਈ ਸਾਹਿਬ ਕਹਿੰਦੇ ਵੀ ਅਸੀਂ ਆਖਿਆ ਵੀ ਤੁਸੀਂ ਪ੍ਰੇਮ ਨਾਲ ਸੁਣ ਰਹੇ ਹੋ ਸਿੰਘੋ, ਤੁਹਾਨੂੰ ਤੁਸੀਂ ਗੁਰੂ ਨਾਲ ਪਿਆਰ ਹੈ ਤਾਂ ਹੀ ਸੁਣਦੇ ਹੋ। ਕਿਸੇ ਦੀ ਗੱਲ ਕਿਹਦੀ ਗੱਲ ਸੁਣਦੇ ਆ ਆਪਾਂ? ਜਿਹਦੇ ਨਾਲ ਪ੍ਰੇਮ ਹੋਵੇ ਜਾਂ ਜਿਹਦੇ ਨਾਲ ਨਫ਼ਰਤ ਹੋਵੇ। ਜਿਹਦੇ ਨਾਲ ਪ੍ਰੇਮ ਹੋਵੇ ਉਹਦੀ ਪ੍ਰੇਮ ਨਾਲ ਸੁਣਦੇ ਆ, ਜਿਹਦੇ ਨਾਲ ਨਫ਼ਰਤ ਹੋਵੇ ਉਹਦੀ ਨਿੰਦਾ ਸੁਣਦੇ ਆ। ਸੁਣਾ ਉਹਦਾ ਕੀ ਹਾਲ ਹੈ ਉਹ ਫਲਾਣੇ ਦਾ, ਉਹ ਫਿਰ ਕੋਲ ਲਾ ਕੇ ਮਚਾਕੇ ਸੁਣਾਉਂਦਾ, ਫਿਰ ਕਹਿੰਦਾ ਹਾਂ ਚੰਗਾ ਹੋਇਆ ਚੰਗਾ ਹੋਇਆ, ਉਹਨੂੰ ਬੁਰਾ ਉਹਨਾਂ ਹੋਣਾ ਹੀ ਚਾਹੀਦਾ ਸੀ, ਇੱਦਾਂ ਕਹਿੰਦਾ। ਉਹ ਵੀ ਸੁਣਦਾ। ਨਿੰਦਾ ਉਹਦੀ ਸੁਣਦੇ ਜਿਹਦੇ ਨਾਲ ਦਵੈਸ਼ ਹੋਵੇ, ਈਰਖਾ ਹੋਵੇ, ਦੁਸ਼ਮਣੀ ਹੋਵੇ, ਉਹਦੀ ਅਸੀਂ ਨਿੰਦਾ ਸੁਣਦੇ ਖੁਸ਼ ਹੁੰਦੇ ਹਾਂ। ਤੇ ਜੇ ਜਿਹਦੇ ਨਾਲ ਪ੍ਰੇਮ ਹੋਵੇ ਉਹਦੀ ਗੱਲ ਸੁਣਨੇ ਆ, ਸੁਣਾ ਮੇਰੇ ਸੱਜਣ ਦਾ ਕੀ ਹਾਲ ਹੈ, ਮੇਰੇ ਮਿੱਤਰ ਦਾ, ਮੇਰੇ ਭਰਾ ਦਾ, ਮੇਰੇ ਦੋਸਤ ਦਾ, ਮੇਰੇ ਬਾਪੂ ਦਾ, ਮੇਰੇ ਚਾਚੇ ਦਾ, ਤਾਏ ਦਾ ਕੀ ਹਾਲ ਹੈ। ਪਿਆਰ ਹੋਏ ਤਾਂ ਪੁੱਛਦੇ ਆ। ਮੇਰੇ ਗੁਰੂ ਦੀ ਗੱਲ ਸੁਣਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਏਦਾਂ ਸਿੰਘਾਂ ਨੇ ਬੇਨਤੀ ਕੀਤੀ ਭਾਈ ਸਾਹਿਬ ਜੀ ਅੱਗੇ ਤੇ ਉਹ ਬੜੇ ਖੁਸ਼ ਹੋਏ। ਹਾਂਜੀ, ਚਿਤ ਰਾ ਚੋਹਿਤ ਸੁਣਨ ਉਬਾਰੋ, ਕਹਿੰਦੇ ਖਾਲਸਾ ਜੀ ਤੁਸੀਂ ਸੁਣਨ ਰੁਚੀ ਰੱਖਦੇ ਹੋ, ਸਾਨੂੰ ਚੰਗਾ ਲੱਗਾ ਕਿ ਤੁਸੀਂ ਕਥਾ ਧਿਆਨ ਨਾਲ ਸੁਣ ਰਹੇ ਹੋ। ਹਾਂਜੀ, ਜਾਂ ਤੇ ਮੈਂ ਵਰਨੋ ਸਭ ਕਥਾ, ਸੋ ਇਸ ਕਰਕੇ ਮੈਂ ਵੀ ਹੁਣ ਤੁਹਾਨੂੰ ਪ੍ਰੇਮ ਨਾਲ ਹੀ ਸਾਰੇ ਪ੍ਰਸੰਗ ਵਿਸਥਾਰ ਨਾਲ ਸੁਣਾਵਾਂਗਾ, ਵਰਣਨ ਕਰਾਂਗਾ। ਸਿੱਖਨ ਗਨ ਪ੍ਰਸੰਗ ਹੈ ਜਥਾ, ਜੋ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਪਾਸ ਬ੍ਰਹਮ ਗਿਆਨੀ ਸਿੱਖ ਹੋਏ ਨੇ, ਉਹਨਾਂ ਦੀ ਸੇਵਾ ਦੀ ਘਾਲਣਾ ਕਿੰਨੀ ਮਹਾਨ ਸੀ ਉਹ ਸਾਰੀ ਦੱਸਾਂਗੇ। ਜਿਸਕੇ ਸੁਨਤ ਪਾਪ ਬਿਨਸਾਵੈ, ਇਹ ਕਥਾ ਸੁਣਨ ਨਾਲ ਪਾਪ ਕੱਟੇ ਜਾਂਦੇ। ਕੀ ਫਾਇਦਾ ਹੁੰਦਾ? ਬਿਨਾਂ ਫਾਇਦੇ ਦੇ ਸਾਧ ਸੰਗਤ ਜੀ ਕੋਈ ਕੰਮ ਨਹੀਂ ਕਰਦਾ। ਕੋਈ ਬਿਨਾਂ ਫਾਇਦੇ ਦੇ ਤਾਂ ਕੋਈ ਮੂਰਖ ਵੀ ਨਹੀਂ ਕੰਮ ਕਰਦਾ। ਕੋਈ ਪਹਿਲਾਂ ਪੁੱਛੇਗਾ ਵੀ ਦੱਸੋ ਜੀ ਫਾਇਦਾ ਕੀ ਹੈ। ਇਹ ਕਥਾ ਸੁਣਨ ਦਾ ਕੀ ਫਾਇਦਾ?
ਕਥਾ ਸੁਣਤ ਮਲ ਸਗਲੀ ਖੋਵੈ। ਗੁਰਬਾਣੀ ਕਹਿੰਦੀ ਕਥਾ ਸੁਣਨਾ ਪਾਪਾਂ ਦੀ ਮੈਲ ਉਤਰਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ। ਕਥਾ ਸੁਣਤ ਮਲ ਸਗਲੀ ਖੋਵੈ। ਉਹਨਾਂ ਮਹਾਂਪੁਰਸ਼ਾਂ ਦੇ ਭਾਈ ਬੁੱਢਾ ਜੀ, ਭਾਈ ਭਗਤੂ ਜੀ, ਭਾਈ ਮੰਝ ਜੀ ਵਰਗਿਆਂ ਦੇ ਪ੍ਰਸੰਗ ਸੁਣਾਂਗੇ, ਸਾਡੇ ਮੰਦਰੋਂ ਪਾਪਾਂ ਦੀ ਮੈਲ ਉਤਰੇਗੀ। ਹਾਂਜੀ, श्रोता महापुण्य को पावै। ਕਥਾ ਸੁਣਨ ਵਾਲਿਆਂ ਨੂੰ ਬੜੇ ਪੁੰਨ ਪ੍ਰਾਪਤ ਹੋਣਗੇ। सो सब सुनहो रुचर बड़ भागो। ਦਸਵੇਂ ਪਾਤਸ਼ਾਹ ਨੇ ਲਿਖਿਆ ਨਾ, ਜੋ ਇਹ ਕਥਾ ਸੁਣੈ ਔਰ ਗਾਵੈ, ਦੁਖ ਪਾਪ ਤੇ ਨਿਕਟ ਨਾ ਆਵੈ। ਜਿਹੜਾ ਇਹ ਕਥਾ ਸੁਣੇਗਾ ਦੁੱਖ ਪਾਪ ਨੇੜੇ ਨਹੀਂ ਆਉਣਗੇ। ਵੱਡੇ ਭਾਗਾਂ ਵਾਲੇ ਸਰੋਤੇ ਕਥਾ ਸੁਣਨਗੇ। जिस ते गुर पग सो अनुरागो। ਗੁਰੂ ਮਹਾਰਾਜ ਦੇ ਪ੍ਰੇਮ ਨਾਲ, ਚਰਨਾਂ ਨਾਲ ਪ੍ਰੇਮ ਜਾਗੇਗਾ, ਸ਼ਰਧਾ ਜਾਗੇਗੀ। ਹਾਂਜੀ, कर कर प्रेम सेव जिन कीनी। ਜਿਨ੍ਹਾਂ ਨੇ ਪਿਆਰ ਨਾਲ ਗੁਰੂ ਦੀ ਸੇਵਾ ਕੀਤੀ ਹੈ, ਮਹਾਰਾਜ ਸਾਹਿਬ ਜੀ ਦੇ ਸਰੋਵਰ ਦੀ, ਰਾਮਦਾਸ ਸਰੋਵਰ ਦੀ ਸੇਵਾ ਕੀਤੀ ਹੈ, महिमा सतगुर की बड़ चीनी। ਗੁਰੂ ਦੀ ਮਹਿਮਾ ਨੂੰ ਜਾਣਿਆ ਵੀ ਗੁਰੂ ਸਮਰੱਥ ਨੇ, ਸਾਡੇ ਉਹਨਾਂ ਦੀ ਸੇਵਾ ਕਰ ਰਹੇ ਹਾਂ। ਬਿਨਾਂ ਮਹਿਮਾ ਜਾਣੇ ਥੋੜਾ ਸੇਵਾ ਕਰਦਾ। ਜਿਹਨੇ ਮਹਿਮਾ ਨਹੀਂ ਜਾਣੀ ਉਹਦਾ ਕਿਤੇ ਇੱਟ ਨਹੀਂ ਲਾਉਂਦਾ, ਚੁੱਕ ਕੇ ਫੜਾਉਂਦਾ, ਪਾਣੀ ਦਾ ਗਲਾਸ ਨਹੀਂ ਫੜਾਉਂਦਾ ਕਿਸੇ ਨੂੰ। ਜਿਹਦੇ ਉੱਤੇ ਸਾਡੀ ਸ਼ਰਧਾ, ਅਸੀਂ ਉਹਦੀ ਸੇਵਾ ਕਰਾਂਗੇ, ਦੂਜੇ ਦੀ ਥੋੜਾ ਕਰਾਂਗੇ। ਔਰ ਲੱਖਾਂ ਸਿੱਖ ਸੇਵਾ ਕਰਨ ਆਏ ਸੀਗੇ, ਉਹਨਾਂ ਨੂੰ ਗੁਰੂ ਰਾਮਦਾਸ ਵਿੱਚ ਕੋਈ ਨਜ਼ਰ ਆਇਆ ਸੀਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਵਿੱਚ ਕੋਈ ਮਹਾਨਤਾ ਦਿਸੀ ਸੀ, ਤਾਂ ਹੀ ਉਹਨਾਂ ਨੇ ਗੁਰੂ ਨਾਲ ਪਿਆਰ ਕੀਤਾ, ਸੇਵਾ ਕੀਤੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੂੰ ਪੁੱਛਿਆ, ਕਹਿੰਦੇ ਜੀ ਇਹਦੀ ਇੰਨੀ ਮਹਿਮਾ ਕਿਉਂ ਕਰਦੇ ਹੋ? ਅੰਮ੍ਰਿਤ ਸਰੋਵਰ ਦੀ ਦੂਜੇ ਤੀਰਥ ਘੱਟ ਹਨ? ਉਹ ਕਹਿੰਦੇ ਸਾਰੇ ਸਤਿਕਾਰਯੋਗ ਨੇ, ਅਸੀਂ ਕਿਹਨੂੰ ਘੱਟ ਕਹਿੰਦੇ ਹੀ ਨਹੀਂ। ਪਰ ਅੰਮ੍ਰਿਤਸਰ ਦੇ ਇੱਕ ਇੱਕ ਇੱਟ ਥੱਲੇ 100 ਸਿੰਘਾਂ ਦੇ ਸੀਸ ਲੱਗੇ ਹੋਏ ਆ। ਇੰਨੇ ਦੱਸੋ ਕੋਈ ਹੋਇਆ ਕਿਤੇ ਸ਼ਹੀਦੀਆਂ ਪਾਈਆਂ ਕਿਸੇ ਤੀਰਥ ਵਾਸਤੇ ਕਿਸੇ ਨੇ? ਇਹਦੇ ਵਾਸਤੇ ਤਾਂ ਬਾਬਾ ਦੀਪ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ ਲੱਖਾਂ ਸ਼ਹੀਦ ਹੋਏ, ਲੱਖਾਂ ਸ਼ਹੀਦ ਹੋਏ। ਤੇ ਉਹ ਉਹਨਾਂ ਦੀ ਕੁਰਬਾਨੀਆਂ ਸ਼ਹੀਦਾਂ ਦੀਆਂ ਕਿਉਂ ਹੋਈਆਂ? ਵੀ ਇੱਥੇ ਕੋਈ ਹੈ, ਧੰਨ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕੋਈ ਸ਼ਕਤੀ ਹੈ। ਜਿਨ੍ਹਾਂ ਨੇ ਸੇਵਾ ਕੀਤੀ, ਕਿਸੇ ਨੇ ਤਨ ਕਰਕੇ, ਕਿਸੇ ਨੇ ਮਨ ਕਰਕੇ, ਕਿਸੇ ਨੇ ਧਨ ਕਰਕੇ, ਸਾਰਿਆਂ ਦੀ ਕੁਰਬਾਨੀ ਨੂੰ ਨਮਸਕਾਰ ਹੈ। ਹਾਂਜੀ, ब्रह्म ज्ञान को पाए विसाला। ਬ੍ਰਹਮ ਗਿਆਨ ਨੂੰ ਪ੍ਰਾਪਤ ਹੋਏ, ਬ੍ਰਹਮ ਗਿਆਨੀ ਬਣੇ ਹਨ। ਹਾਂਜੀ, जन्म मन हत कष्ट कराला। ਜਨਮ ਮਰਨ ਦੇ ਭਿਆਨਕ ਕਸ਼ਟਾਂ ਤੋਂ ਛੁੱਟ ਗਏ ਹਨ। ਬਾਰ-ਬਾਰ ਉਹਨਾਂ ਦਾ ਜਨਮ ਨਹੀਂ ਹੋਇਆ। ਉਹ ਪ੍ਰਮਾਤਮਾ ਵਿੱਚ, ਬ੍ਰਹਮ ਵਿੱਚ ਜਾ ਕੇ ਲੀਨ ਹੋ ਗਏ, ਸੱਚਖੰਡ ਜਾ ਬਿਰਾਜੇ ਹਨ। ਹਾਂਜੀ, ਬ੍ਰਿਧ ਮਿਲਿਓ ਸ਼੍ਰੀ ਨਾਨਕ ਸਾਥ। ਧੰਨ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ 6 ਗੁਰੂਆਂ ਨੂੰ ਗੁਰਿਆਈ ਦਾ ਤਿਲਕ ਦਿੱਤਾ, ਸੇਵਾ ਕੀਤੀ ਹੈ। ਹਾਂਜੀ, ਪੂਰਵ ਕਹਿ ਆਏ ਇਹੋ ਗਾਥ। ਉਹਨਾਂ ਦੀ ਕਥਾ ਪਹਿਲਾਂ ਸ਼ੁਰੂ 'ਚ ਹੀ ਕਹਿ ਦਿੱਤੀ, ਕਿਹੋ ਜਿਹੇ ਮਹਾਂਪੁਰਸ਼ ਹੋਏ ਬਾਬਾ ਬੁੱਢਾ ਜੀ। ਹਾਂਜੀ, ਅਬ ਭਗਤੂ ਜਿਮ ਘਾਲੀ ਘਾਲ। ਹੁਣ ਭਾਈ ਭਗਤੂ ਜੀ ਦੀ ਕਥਾ ਸੁਣੋ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸਰੋਵਰ 'ਚ ਸਾਰਾ ਟਾਈਮ ਲਾਇਆ, ਸਾਰਾ ਟਾਈਮ। ਉਹਨਾਂ ਭਾਈ ਭਗਤੂ ਜੀ ਦੀ ਘਾਲਣਾ, ਕਿਹੋ ਜਿਹੀ ਘਾਲਣਾ ਸੀ, ਕੌਣ ਸੀ, ਕਿੱਥੋਂ ਦੇ ਸੀ, ਜਨਮ ਕਿਵੇਂ ਹੋਇਆ, ਉਹ ਸਾਰੀ ਕਥਾ ਸੁਣਨੀ ਹੈ। ਹਾਂਜੀ, ਭਇਓ ਜਨਮ ਜਿਮ ਗੁਰਬਚਨਾਲ। ਗੁਰੂ ਮਹਾਰਾਜ ਦੇ ਬਚਨ ਨਾਲ ਮਾਈ ਭਿੱਖਾਂ ਨੇ ਵਰ ਮੰਗਿਆ ਸੀ ਨਾ, ਵੀ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੋ ਦੁੱਧ ਰਿੜਕਦੀ ਵੇਖਾਂ। ਤੇ ਮਹਾਂਪੁਰਸ਼ ਭਾਈ ਭਗਤੂ ਜੀ ਦਾ ਜਨਮ ਹੋਇਆ ਸੀ। ਹਾਂਜੀ, ਸੋ ਮੈਂ ਕਹੋ ਸੁਨੋ ਬਿਰਤਾਂਤ। ਭਾਈ ਭਗਤੂ ਦੇ ਪਿਤਾ ਨੇ ਗੁਰੂ ਰਾਮਦਾਸ ਦੀ ਸੇਵਾ ਕੀਤੀ ਤੇ ਵਰ ਲਿਆ। ਉਹ ਕਥਾ ਭਾਈ ਸਾਹਿਬ ਕਹਿੰਦੇ ਹੁਣ ਦੱਸਾਂਗੇ ਅਸੀਂ। ਜਿਸ ਮਹਿ ਮਹਿਮਾ ਗੁਰ ਭਗਵੰਤ। ਇਹ ਕਥਾ ਵਿੱਚ ਵੀ ਗੁਰੂ ਰਾਮਦਾਸ ਦੀ ਵੱਡੀ ਵਡਿਆਈ ਪ੍ਰਗਟ ਹੋਵੇਗੀ। ਗੁਰੂ ਘਰ ਦੀ ਮਹਿਮਾ ਦਾ ਪਤਾ ਲੱਗੇਗਾ ਵੀ ਗੁਰੂ ਸਾਹਿਬ ਕਿਹੋ ਜਿਹੇ ਹਨ। 50 ਸਾਲ ਤੋਂ ਉੱਤੇ ਉਮਰ ਹੋ ਗਈ ਸੀ ਮਾਤਾ ਦੀ, ਤੇ 60 ਸਾਲ ਤੋਂ ਉੱਤੇ ਹੋ ਗਈ ਸੀ ਪਿਤਾ ਦੀ। ਬੱਚਾ ਹੋਣ ਦੀ ਉਮਰ ਲੰਘ ਚੁੱਕੀ ਸੀ, 50-55 ਸਾਲ ਦੇ ਹੋ ਗਏ ਸੀ ਮਾਤਾ ਭਿੱਖਾਂ ਜੀ, ਤੇ ਪਿਤਾ ਜੀ 60 ਤੋਂ ਉੱਤੇ ਹੋ ਗਏ ਸੀਗੇ। ਤੇ ਫੇਰ ਵੀ ਘਰ ਮਹਾਰਾਜ ਨੇ ਜੋਤ ਜਗਾਤੀ, ਪੁੱਤਰ ਦੇਤਾ, ਜਿਨ੍ਹਾਂ ਦੇ ਕੋਈ ਆਸ ਹੀ ਨਹੀਂ ਸੀ ਕਿਸੇ ਪਾਸਿਓਂ। ਹਾਂਜੀ, ਉਹਨਾਂ ਅਪਰ ਸਿੱਖਣ ਕੀ ਕਹੋ। ਫਿਰ ਹੋਰ ਸਿੱਖਾਂ ਦੇ ਵੀ ਪ੍ਰਸੰਗ ਆਉਣਗੇ। ਭਾਈ ਬਹਿਲੋ ਸਾਹਿਬ ਜੀ, ਭਾਈ ਬਹਿਲੋ ਸਭ ਤੋਂ ਪਹਿਲੋਂ, ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੋਂ। ਹੋਰ ਭਾਈ ਸਾਲੋ ਜੀ ਬ੍ਰਹਮ ਗਿਆਨੀ, ਇਸੇ ਤਰ੍ਹਾਂ ਭਾਈ ਮੰਝ ਜੀ ਆਦਿਕਾਂ ਦੇ ਪ੍ਰਸੰਗ ਆਉਣਗੇ ਸਾਰੇ। ਹਾਂਜੀ, ਜਿਸ ਪ੍ਰਕਾਰ ਸੁਣ ਕਰ ਔਰ ਲਹੋ। ਜੋ ਮਹਾਂਪੁਰਸ਼ਾਂ ਵੱਡਿਆਂ ਤੋਂ ਸੁਣਦੇ ਆ, ਜੋ ਭਾਈ ਰਾਮ ਕੋਇਲ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ 7ਵੀਂ ਪੀੜ੍ਹੀ, ਉਹਨਾਂ ਨੇ ਕਥਾ ਲਿਖੀ ਸਿੰਘਾਂ ਦੀ, ਪੁਰਾਤਨ ਮਹਾਂਪੁਰਸ਼ਾਂ ਦੀ। ਭਾਈ ਮਨੀ ਸਿੰਘ ਨੇ ਲਿਖੀ,
ਹੋਰ ਪੋਥੀਆਂ 'ਚ ਲਿਖੀ। ਭਾਈ ਸਾਹਿਬ ਕਹਿੰਦੇ ਉਹ ਪੜ੍ਹ ਕੇ ਗੁਰਸਿੱਖਾਂ ਤੋਂ ਸੁਣ ਕੇ ਅਸੀਂ ਲਿਖਣ ਲੱਗੇ ਹਾਂ, ਸੁਣਾਵਾਂਗੇ ਖਾਲਸੇ ਨੂੰ। ਸੋ ਭਾਈ ਸੰਤੋਖ ਸਿੰਘ ਜੀ ਵੱਡਾ ਪਰਉਪਕਾਰ ਕਰ ਗਏ ਨੇ, ਜਿਹੜਾ ਸਾਰਾ ਇਤਿਹਾਸ ਇੱਕ ਥਾਂ ਤੇ ਇਕੱਠਾ ਕਰਤਾ ਖਾਲਸਾ ਜੀ। ਨਹੀਂ ਤੇ ਆਪਣਾ ਇਤਿਹਾਸ ਨਾ ਆਪਾਂ ਲੱਭਦੇ ਫਿਰਨਾ ਸੀ, ਥਾਂ ਥਾਂ ਤੇ ਮਿਲਣਾ ਨਹੀਂ ਸੀ। ਇਹ ਉਹਨਾਂ ਮਹਾਂਪੁਰਸ਼ਾਂ ਦੀ ਵੱਡੀ ਕੁਰਬਾਨੀ ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਜੀ ਦੀ। ਥਾਂ ਥਾਂ ਪਿੰਡ ਪਿੰਡ ਪੈਦਲ ਜਾ ਜਾ ਕੇ ਇਤਿਹਾਸ ਲੱਭਿਆ, ਇਕੱਠਾ ਕੀਤਾ ਤੇ ਸਾਡੇ ਸਾਹਮਣੇ ਪਰੋਸ ਦਿੱਤਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰੂਪ ਵਿੱਚ। ਆਪਾਂ ਸੁਣ ਰਹੇ ਹਾਂ, ਵੱਡੇ ਭਾਗਾਂ ਵਾਲੇ ਹਾਂ। ਹੇ ਗੋਬਿੰਦ, ਹੇ ਗੋਪਾਲ।